देश दुनिया च वसदे पंजाबियां नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने मनप्रीत रंधावा। वेलकम मनप्रीत जी। बहुत बहुत शुक्रिया तुहाडा रंधावा जी। मनप्रीत जी, सत्ता दे गलियारिਆਂ ਦੀ ਕਿੱਕਲੀ ਸਵਾਦ ਦਿੰਦੀ ਪੰਜਾਬੀਆਂ ਨੂੰ ਸਿਆਸਤ ਰਾਸ ਆਉਣ ਲੱਗੀ। ਜਦੋਂ ਸੱਤਾ 'ਚ ਵਿਰੋਧ ਪਨਪਦਾ, ਕਹਿੰਦੇ ਲੋਕਾਂ ਦੇ ਮਸਲੇ ਐਡਰੈਸ ਹੁੰਦੇ ਆ, ਹੱਲ ਹੋਣ ਨਾ ਹੋਣ ਗੱਲ ਵੱਖਰੀ ਆ। ਸੁਨੀਲ ਜਾਖੜ ਕਹਿੰਦੇ ਕਿ ਮੈਂ ਤਾਂ ਬਾਹਰ ਚਲੇ ਗਿਆ ਭਾਈ, ਤੁਸੀਂ ਅੰਦਰ ਦੇ ਸਵਾਦ ਲਈ ਜਾਂਦੇ। ਏਦਾਂ ਨਹੀਂ, ਜੇ ਨਹੀਂ ਖੇਡਣਾ ਤੇ ਖੇਡਣ ਵੀ ਨਹੀਂ ਦਿਆਂਗੇ। ਚਿੱਠੀ ਪੁਰਾਣੀ ਭਾਵੇਂ ਹੋਵੇ ਭਾਵੇਂ ਨਵੇਂ, ਮੁੱਦੇ ਦਿਲਚਸਪ ਨੇ। ਗੱਲ ਸ਼ਰਾਬ ਦੀ ਫੈਕਟਰੀ ਦੀ ਵੀ ਤੁਰਦੀ ਆ ਤੇ ਨਾਲ ਨਾਲ ਕਹਿੰਦੇ ਮੁਆਵਜ਼ਾ ਕਰੋੜਾਂ ਚੋਂ ਵੀ ਦੂਜੀ ਵਾਰੀ ਗੱਲ ਅੱਗੇ ਤੁਰ ਪਈ। ਉਧਰ ਸਾਧੂ ਸਿੰਘ ਧਰਮਸੋਤ ਕਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਆ। ਅਜੇ ਤਾਂ ਪੰਜਾਬ 'ਚ ਕੈਪਟਨ ਅਮਰਿੰਦਰ ਹੀ ਕੈਪਟਨ ਨੇ। ਜੇ ਕੈਪਟਨ ਨਾ ਹੁੰਦੇ ਤੁਸੀਂ 2 ਵਾਰੀ ਸੱਤਾ ਸੁੱਖ ਨਾ ਮੰਨਦੇ। ਇਹ ਗੱਲ ਪਹਿਲਾਂ ਰਾਜਕੁਮਾਰ ਵੇਰਕਾ ਨੇ ਵੀ ਆਖੀ ਸੀ। ਹੁਣ ਧਰਮਸੋਤ ਦਾ ਬਿਆਨ ਜਿਹਾ ਇੰਜ ਨਹੀਂ ਲੱਗਦਾ ਕਿ ਧਰਮਸੋਤ ਦੀ ਸ਼ਬਦਾਵਲੀ ਆ ਸੱਤਾ ਤੇ ਗਲਿਆਰਿਆਂ ਚੋਂ ਗੱਲ ਤੁਰੀ ਆ। ਇਹਦਾ ਮਤਲਬ ਗੱਲ ਅਜੇ ਰੁਕੀ ਨਹੀਂ, ਗੱਲ ਮੁੱਕੀ ਨਹੀਂ। ਉਧਰ ਕਿਸਾਨਾਂ ਨੇ ਗਾਹ ਪਾਇਆ। ਰਕੇਸ਼ ਟਕੈਤ ਔਰ ਯੋਗਿੰਦਰ ਯਾਦਵ ਲਖਨਊ ਨੂੰ ਦਿੱਲੀ ਬਣਾਉਣ ਦੀ ਗੱਲ ਕਰਦੇ ਆ। ਇਹ ਭਾਜਪਾ ਦੀ ਦੁੱਖ ਦੀ ਰਾਗ ਆ। ਰਾਹੁਲ ਗਾਂਧੀ ਟਰੈਕਟਰ ਤੇ ਚੜ ਜਾਂਦੇ ਆ, ਟਰੈਕਟਰ ਵਧੀਆ ਚਲਾ ਲੈਂਦੇ ਆ। ਇੱਕ ਵਾਰੀ ਉਹਨਾਂ ਨੇ ਇਧਰਲੇ ਬੰਨਿਓ ਮੋਗੇ ਵਾਲੀ ਸਾਈਡ ਤੋਂ ਟਰੈਕਟਰ ਚਲਾ ਕੇ ਸਾਰੇ ਪੰਜਾਬ ਦਾ ਦੌਰਾ ਕੀਤਾ ਸੀਗਾ, ਉਹ ਵੀ ਨਹੀਂ ਭੁੱਲਿਆ। ਉਦੋਂ ਵੀ ਸਿਆਸਤ ਬੜੀ ਹੋਈ ਸੀ। ਤੇ ਅਗਲੇ ਬੰਨੇ ਜੇ ਪਲ ਦੀ ਪਲ ਜਾਓਗੇ, ਮਮਤਾ ਬੈਨਰਜੀ ਦਿੱਲੀ ਵੱਲ ਤੁਰਨ ਤੋਂ ਪਹਿਲਾਂ ਇੱਕ ਵਧੀਆ ਗੇਮ ਖੇਡ ਆਉਂਦੇ ਆ। 2 ਵੱਡੇ ਕਦਾਵਰ ਲੋਕਾਂ ਨੂੰ ਇੱਕ ਕਮਿਸ਼ਨ ਥਾ ਪਾਉਂਦੇ ਆ। ਉਹ ਕਮਿਸ਼ਨ ਕੇਂਦਰ ਲਈ ਮੁਸ਼ਕਲ ਖੜੀ ਕਰੂਗਾ ਇੰਜ ਲੱਗਦਾ। ਓਲੰਪਿਕਸ ਦੇ ਵਿੱਚ ਕੀ ਕੁਝ ਹੋਇਆ ਉਹ ਤੋਂ ਉੱਥੋਂ ਜਾਣ ਲੈਂਦੇ ਆ। ਮੈਂ ਮੁੜ ਕੇ ਆਵਾਂ, ਦਿਲ ਤਾਂ ਕਰਦਾ ਹੁੰਦਾ ਅੰਤਰਰਾਸ਼ਟਰੀ ਖਬਰਾਂ ਤੋਂ ਇੱਧਰ ਪਿੰਡ ਵੱਲ ਮੁੜੀਏ, ਪਰ ਪਤਾ ਨਹੀਂ ਇਸ ਖਿੱਤੇ ਨਾਲ ਮੋਹ ਜਿਹਾ ਮਨਪ੍ਰੀਤ ਜੀ ਜ਼ਿਆਦਾ ਹੈ, ਇੱਥੇ ਸਵਾਦ ਵੱਧ ਆਉਂਦਾ। ਚਲੋ ਇੱਥੋਂ ਤੋਰ ਲੈਂਦੇ ਆ। ਇਹ ਰਾਣਾ ਸੋਢੀ ਕੈਪਟਨ ਅਮਰਿੰਦਰ ਸਿੰਘ ਦੀ ਕਿਚਨ ਕੈਬਨਿਟ 'ਚ ਵੀ ਨੇ ਤੇ ਉਹਨਾਂ ਦਾ ਜਿਹੜਾ ਅੰਤਰੀਵੀ ਸਰੂਪ ਹੈ ਸੱਤਾ ਦਾ, ਉਹਦੇ ਵੀ ਸਭ ਤੋਂ ਲਿਸ਼ਕਵੇਂ ਚਿਹਰੇ ਨੇ। ਤੇ ਅੱਜ ਉੱਤੇ ਕਰੂਪਤਾ ਜੀ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਖੜ ਸਾਹਿਬ ਨੇ। ਜਾਖੜ ਸਾਹਿਬ ਵੀ ਕਦੇ ਕੈਪਟਨ ਸਾਹਿਬ ਦੇ ਨਾਲ ਢੁੱਕ ਕੇ ਬਹਿੰਦੇ ਸੀ, ਹੁਣ ਨਹੀਂ ਬਹਿੰਦੇ। ਲੇਕਿਨ ਜੋ ਨਸ਼ਰ ਹੋ ਰਿਹਾ, ਜੋ ਛਾਇਆ ਹੋ ਰਿਹਾ, ਉਹ ਦਿਖਾਉਂਦਾ ਹੈ ਕਿ ਹੁਣ ਏਦਾਂ ਨਹੀਂ, ਹੁਣ ਕੱਲਿਆਂ ਨਹੀਂ ਖੇਡਣ ਦੇਣਾ। ਜਾਂ ਤਾਂ ਇਕੱਠੇ ਖੇਡਦੇ ਚੰਗੇ ਲੱਗਦੇ ਸੀ, ਨਹੀਂ ਤਾਂ ਹੁਣ ਫਿਰ ਭਾਈ ਬਾਹਰ ਆ ਜਾਓ। ਜੀ ਰੰਧਾਵਾ ਜੀ, ਤੁਸੀਂ ਗੱਲ ਕੀਤੀ ਹੈ ਸੁਨੀਲ ਜਾਖੜ ਹੋਣਾ ਦੀ, ਸਾਬਕਾ ਪ੍ਰਧਾਨ ਹੁਣ ਹੋ ਗਏ ਆ ਉਹ। ਤੇ ਜਿਹੜੀ ਚਿੱਠੀ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਪੁਰਾਣੀ ਚਿੱਠੀ ਲਿਖੀ ਹੋਈ ਆ ਉਹਨਾਂ ਨੇ। ਕੇ ਵੇਨੂਗੋਪਾਲ ਨੇ, ਜਨਰਲ ਸੈਕਟਰੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ, ਉਹਨਾਂ ਨੂੰ ਲਿਖੀ ਸੀ। ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਬਤੌਰ ਮੁੱਖ ਮੰਤਰੀ ਉਹਨਾਂ ਨੇ ਚਿੱਠੀ ਲਿਖੀ ਸੀ। ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਜਿਹੜੀ ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਦੇ ਖਿਲਾਫ ਚਿੱਠੀ ਉਹਨਾਂ ਨੇ ਪੁਰਾਣੀ ਲਿਖੀ ਆ, ਇਹ ਦੋਨੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਸੁਨੀਲ ਜਾਖੜ ਹੋਣੀ ਫਿਰੋਜ਼ਪੁਰ ਜ਼ਿਲ੍ਹੇ ਚ ਆਉਂਦੇ ਆ। ਅਬੋਹਰ, ਫਾਜ਼ਿਲਕਾ, ਜਲਾਲਾਬਾਦ ਉਸ ਇਲਾਕੇ ਦੀ ਰਾਜਨੀਤੀ ਕਰਦੇ ਆ। ਹਾਲਾਂਕਿ ਬਾਅਦ ਦੇ ਵਿੱਚ ਜਾਖੜ ਸਾਹਿਬ ਜਾ ਕੇ ਗੁਰਦਾਸਪੁਰ ਤੋਂ MP ਵੀ ਬਣਦੇ ਆ। ਲੇਕਿਨ ਇਹਨਾਂ ਦੇ ਆਪਸ ਦੇ ਵਿੱਚ ਟਕਰਾਅ ਨੂੰ ਲੋਕੀ ਅਕਸਰ ਇਹ ਸਮਝਦੇ ਆ ਕਿ ਆਪਸੀ ਰਾਜਨੀਤੀ ਹੈ। ਖੈਰ, ਇਹ ਗੱਲਾਂ ਵੱਖਰੀਆਂ। ਜਿਹੜੀ ਚਿੱਠੀ ਦਾ ਜ਼ਿਕਰ ਆਪਾਂ ਕਰ ਰਹੇ ਹਾਂ ਉਸ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਨੇ ਮੋਹਨ ਕੇ ਉੱਤਰ ਇੱਕ ਪਿੰਡ ਆ, ਉੱਥੋਂ ਦੀ ਜ਼ਮੀਨ ਹੈ ਇਹਨਾਂ ਦੀ, ਪੁਰਾਣੀ ਪੁਸ਼ਤੈਨੀ ਜੱਦੀ ਜ਼ਮੀਨ ਇਹ ਕਹਿੰਦੇ ਆ। ਉਹਨੂੰ ਜਦੋਂ ਅਕਵਾਇਰ ਕੀਤਾ ਗਿਆ 1962 ਦੇ ਵਿੱਚ ਤੇ 7,384 ਦੇ ਹਿਸਾਬ ਨਾਲ ਉਹਨੂੰ ਉਦੋਂ ਪੈਸੇ ਮਿਲੇ। ਤੇ ਬਾਅਦ ਦੇ ਵਿੱਚ ਜਦੋਂ ਸਨ 2012 ਦੇ ਵਿੱਚ ਫੇਰ ਦੁਬਾਰਾ ਅਕਵਾਇਰ ਹੁੰਦੀ ਆ ਜੀ, ਤੇ ਉਹੀ 1 ਕਰੋੜ ਤੇ 84 ਲੱਖ ਦੇ ਕਰੀਬ ਇਹਨਾਂ ਨੂੰ ਪੈਸਾ ਮਿਲਦਾ। ਇਸ ਚੀਜ਼ ਨੂੰ ਲੈ ਕੇ ਕਿ ਇਹਨਾਂ ਨੇ ਦੂਹਰੀ ਵਾਰੀ ਕੰਪਨਸੇਸ਼ਨ ਲੈ ਲਈ। ਕਿਸਾਨਾਂ ਦਾ ਜ਼ਿਕਰ ਆਉਂਦਾ, ਜਿਹੜੇ ਬੈਠੇ ਆ ਰੋਜ਼ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਤਾਂ ਜਿਹੜੀ ਪ੍ਰੋਪਰ ਕੰਪਨਸੇਸ਼ਨ ਮੁਆਵਜ਼ਾ ਮਿਲਦਾ ਹੀ ਨਹੀਂਗਾ, ਤੇ ਇਹ ਲੋਕੀ ਦੁਬਾਰਾ ਮੁਆਵਜ਼ੇ ਲੈ ਜਾਂਦੇ ਨੇ। ਇਸ ਨੂੰ ਲੈ ਕੇ ਉਹ ਚਾਹੁੰਦੇ ਸੀ ਕਿ ਇਹਨਾਂ ਦੇ ਖਿਲਾਫ ਪਾਰਟੀ ਕੋਈ ਕਾਰਵਾਈ ਕਰੇ। ਇਹ ਚਿੱਠੀ ਦਾ ਜ਼ਿਕਰ ਹੁਣ ਦੁਬਾਰਾ ਇਸ ਕਰਕੇ ਹੋਇਆ ਰੰਧਾਵਾ ਜੀ, ਕਿਉਂਕਿ ਜਿਹੜਾ ਪਬਲਿਕ ਵਰਕਸ ਡਿਪਾਰਟਮੈਂਟ ਆ, PWD ਆਪਾਂ ਕਹਿ ਦਿੰਦੇ, ਉਹਨਾਂ ਨੇ ਇੱਕ ਕੇਸ ਫਾਈਲ ਕੀਤਾ, ਸਿਵਲ ਸੂਟ ਫਾਈਲ ਕੀਤਾ। ਤੇ ਉਹ ਚਾਹੁੰਦੇ ਨੇ ਕਿ ਜਿਹੜਾ ਉਹਨਾਂ ਦੀ ਰਿਕਵਰੀ ਹੋਵੇ, ਜਿਹੜਾ ਉਹਨਾਂ ਨੇ ਪੈਸਾ ਦਿੱਤਾ ਉਸ ਦੀ ਰਿਕਵਰੀ ਹੋਵੇ, ਉਹਨਾਂ ਨੂੰ ਵਾਪਸ ਮਿਲੇ। ਇਹ ਤਾਂ ਇੱਕ ਪਾਸੇ ਆ। ਹੁਣ ਇਹਦਾ ਕੀ ਨਤੀਜਾ ਨਿਕਲਦਾ, ਕਿਉਂਕਿ ਇਸ ਨਾਲ ਲੜਾਈ ਖਤਮ ਨਹੀਂ ਹੋਣੀ, ਹੁਣ ਵਧਣੀ ਆ। ਤੁਸੀਂ ਬਿਲਕੁਲ ਠੀਕ ਗੱਲ ਕਹੀ ਆ। ਦੂਸਰੇ ਪਾਸੇ ਤੁਸੀਂ ਸਾਧੂ ਸਿੰਘ ਧਰਮਸੋਤ ਬੜੇ ਖਾਸ ਕੈਪਟਨ ਅਮਰਿੰਦਰ ਸਿੰਘ ਦੇ ਤੇ ਉਹਨਾਂ ਦੇ ਨਾਲ ਹਮੇਸ਼ਾ ਹੀ ਖੜਦੇ ਆ। ਜਿਹੜੀ ਉਹਨਾਂ ਨੇ ਗੱਲ ਬਿਆਨ ਦਿੱਤਾ, ਟਿੱਪਣੀ ਕੀਤੀ, ਉਹ ਆਪਣੇ ਆਪ ਦੇ ਵਿੱਚ ਲੱਗਦਾ ਕਿ ਆਉਣ ਵਾਲੇ ਦਿਨ ਕੋਈ ਕਾਂਗਰਸ ਲਈ ਵਧੀਆ ਨਹੀਂ ਆ। ਜਿਹੜਾ ਟਕਰਾਅ, ਮੈਂ ਉਹ ਉੱਤੇ ਜਾਣ ਤੋਂ ਪਹਿਲਾਂ ਤੁਹਾਨੂੰ ਰਾਣਾ ਸੋਢੀ ਵਾਲੇ ਮਾਮਲੇ 'ਚ ਇੱਕ ਹੋਰ ਮੈਂ ਜੋ ਖਬਰ ਨਸ਼ਰ ਹੋ ਰਹੀ ਸੀ ਉਹਦੇ ਤੇ ਧਿਆਨ ਦਿਵਾਉਣਾ ਚਾਹੁੰਦਾ। ਕਹਿੰਦੇ 2012 'ਚ ਸੁਖਬੀਰ ਸਿੰਘ ਦੀ ਤੂਤੀ ਬੋਲਦੀ ਸੀ ਬਾਦਲਕਿਆਂ ਦੀ,
ਉਦੋਂ ਰਾਣਾ ਸੋਢੀ ਨੂੰ ਸ਼ਰਾਬ ਦੀ ਫੈਕਟਰੀ ਦਾ ਲਾਇਸੈਂਸ ਮਿਲ ਗਿਆ। ਇਹ ਵੀ ਕਹਿੰਦੇ ਚਿੱਠੀ ਪੱਤਰ ਹੁੰਦਾ ਰਿਹਾ ਸੋਨੀਆ ਗਾਂਧੀ ਤੱਕ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀਆਂ ਗਈਆਂ ਉਦੋਂ ਕਿ ਪਤਾ ਤਾਂ ਕਰਾਓ ਬਈ ਇਹ ਆਪਣੇ ਵੱਲ ਆ ਕੇ ਵਿਰੋਧੀਆਂ ਵੱਲੋਂ ਖੇਡਦੇ ਆ। ਕਹਿੰਦੇ ਉਦੋਂ ਕਿ ਜੇ ਉਸ ਪਿੰਡ ਦੇ ਵਿੱਚ ਵਿਰੋਧ ਵੀ ਬੜਾ ਹੋਇਆ ਸੀ, ਸੁਖਬੀਰ ਸਿੰਘ ਬਾਦਲ ਨੂੰ ਜਾ ਕੇ ਲੋਕ ਮਿਲੇ, ਸੁਖਬੀਰ ਸਿੰਘ ਕਹਿੰਦੇ ਤੁਹਾਡੇ ਨਾਲ ਜਾ ਕੇ ਧਰਨਾ ਦੇਾਂਗੇ, ਗੱਲ ਹੀ ਕੋਈ ਨਹੀਂ, ਫੱਟੇ ਚੱਕ ਦਿਆਂਗੇ। ਪਰ ਬਾਅਦ ਜਦੋਂ ਪਤਾ ਲੱਗਿਆ ਵੀ ਇਹ ਤਾਂ ਆਪਾਂ ਹੀ ਲਾਇਸੈਂਸ ਦੇਈ ਫਿਰਦੇ ਆ, ਪਤਾ ਤਾਂ ਪਹਿਲਾਂ ਹੀ ਹੁੰਦਾ, ਮਸਲੇ ਬਣਨ ਚ ਕਿਹੜੀ ਮੁਸ਼ਕਲ ਹੈ। ਫਿਰ ਯੂ ਟਰਨ ਵੀ ਮਾਰਿਆ ਤੇ ਅਗਾਂਹ ਵੀ ਤੁਰੇ। ਖੈਰ ਇਹ ਸੱਤਾ ਦੇ ਅੰਦਰ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ, ਸਕੀਰੀਆਂ ਸਾਂਝੀਆਂ ਨੇ, ਸਭ ਦੀਆਂ ਨੇ, ਸਾਡੀਆਂ ਨਾਨੀਆਂ ਦਾਦੀਆਂ ਇੱਕੋ ਹੀ ਨੇ। ਪਰ ਇਹ ਉਦੋਂ ਜਦੋਂ ਲੜ ਪਈਦਾ ਨਾ, ਫਿਰ ਮਿਹਣੇ ਤਾਨੇ ਤਾਂ ਵੱਜਦੇ ਆ। ਕੀ ਕਹਿੰਦੇ ਹੋ? ਬਿਲਕੁਲ ਠੀਕ ਗੱਲ ਹੈ। ਮੈਂ ਥੋੜਾ ਜਿਹਾ ਇਹ ਚ ਇੱਕ ਗੱਲ ਹੋਰ ਸਪਸ਼ਟ ਕਰਦਾ, ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ, ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਅਸੀਂ ਇਸ ਜਿਹੜਾ ਮੁਆਵਜ਼ਾ, ਜਿਹੜੀ ਡਬਲ ਮੁਆਵਜ਼ੇ ਦੀ ਆਪਾਂ ਗੱਲ ਕਰਦੇ ਆ, ਸਾਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਆ। ਇਹ ਕੋਰਟ ਮੈਂ ਸੁਪਰੀਮ ਕੋਰਟ ਤੱਕ ਲੜਿਆ ਤੇ ਮੈਨੂੰ ਹੁਣ ਵੀ ਜਿਹੜੀ ਸਾਡੀ ਨਿਆਇਕ ਪ੍ਰਣਾਲੀ ਆ ਉਹਦੇ ਵਿੱਚ ਪੂਰਾ ਭਰੋਸਾ, ਜੁਡੀਸ਼ਰੀ ਦੇ ਵਿੱਚ, ਤਾਂ ਮੈਨੂੰ ਲੱਗਦਾ ਮੈਨੂੰ ਇਨਸਾਫ ਮਿਲੂਗਾ। ਇਹ ਉਹਨਾਂ ਵੱਲੋਂ ਕਿਹਾ ਗਿਆ। ਜਿੱਥੇ ਤੱਕ ਤੁਸੀਂ ਹੋਰ ਗੱਲ ਕਹਿੰਦੇ ਹੋ, ਸ਼ਰਾਬ ਦੀ ਫੈਕਟਰੀ ਦਾ ਲਾਇਸੈਂਸ ਦੀ ਗੱਲ ਕਰ ਰਹੇ ਹੋ ਰੰਧਾਵਾ ਜੀ, ਇਹਦੇ ਵਿੱਚ ਜ਼ਿਆਦਾਤਰ ਜਿਹੜਾ ਵੱਡਾ ਮਾਮਲਾ ਆਉਂਦਾ ਉਹ ਨੈਤਿਕਤਾ ਦਾ ਆਉਂਦਾ, ਕਿਉਂਕਿ ਅਸੀਂ ਸਮਝਦੇ ਨਹੀਂ ਆ। ਹਾਂ ਬਿਲਕੁਲ, ਅਸੀਂ ਸਮਝਦੇ ਨਹੀਂ ਆ ਕਿ ਜੇ ਕੋਈ ਐਮਐਲਏ ਬਣ ਜਾਏ ਜਾਂ ਮੰਤਰੀ ਬਣ ਜਾਏ ਜਾਂ ਕੱਲ ਨੂੰ ਮੁੱਖ ਮੰਤਰੀ ਬਣ ਜਾਏ, ਉਹਨਾਂ ਲਈ ਇਹ ਚੀਜ਼ਾਂ ਲੈਣੀਆਂ, ਲਾਇਸੈਂਸ ਲੈਣੇ ਜਾਂ ਕੋਈ ਵੀ ਸ਼ਰਾਬ ਦੇ ਜਾਂ ਕਿਸੇ ਤਰ੍ਹਾਂ ਦੇ ਠੇਕੇ ਲੈਣੇ ਜਾਂ ਮੰਨ ਲਓ ਕੋਈ ਫੈਕਟਰੀ ਲਾਉਣੀ ਜਾਂ ਲਾਇਸੈਂਸ ਲੈਣੇ ਬਹੁਤ ਆਸਾਨ ਹੋ ਜਾਂਦਾ, ਕਿਉਂਕਿ ਜੋ ਆਮ ਵਿਅਕਤੀ ਲਈ ਨਹੀਂ ਹੁੰਦਾ। ਸੋ ਗੱਲ ਲੈਣੇ ਨਹੀਂ ਮਨਪ੍ਰੀਤ ਜੀ, ਦੇਣੇ ਹੀ ਹੁੰਦੇ ਨਾ, ਕਿ ਉਹ ਕਹਿੰਦੇ ਹੁੰਦੇ ਨਾ ਵੀ ਆਪਣੇ ਆਪ ਨੂੰ ਹੀ ਦੇਣੇ ਆ, ਚਲੋ ਨਾ ਏਦਾਂ ਨਹੀਂ ਚਾਹੀਦਾ ਪਾ ਲਓ। ਇੱਥੇ ਤਾਂ ਪੁਰਾਣੇ ਜਿਹੜੇ ਨੇਪਾਲੀ ਨੌਕਰਾਂ ਤੋਂ ਲੈ ਕੇ ਆਪਣੇ ਸੀਰੀਆਂ ਤੱਕ ਜਿਨ੍ਹਾਂ ਦਾ ਅਸੀਂ ਜ਼ਿਕਰ ਪਿਛਾਂ ਕਰਦੇ ਹੁੰਦੇ, ਹਾਲਾਂਕਿ ਉਹਨਾਂ ਦੀ ਬਰਾਬਰਤਾ 'ਚ ਕੋਈ ਅਸੀਂ ਸ਼ੱਕ ਨਹੀਂ ਕਰਦੇ, ਸਭ ਇਨਸਾਨ ਇੱਕੋ ਜਿਹਾ, ਲੇਕਿਨ ਨਾਂ ਮਿਲੇ ਹੋਏ ਆ। ਸੋ ਉਹਨਾਂ ਦੇ ਨਾਵਾਂ ਤੇ ਵੀ ਇੱਥੇ ਤੱਕ ਖੱਡਾਂ ਤੋਂ ਲੈ ਕੇ ਕਈ ਕੁਝ ਹੁੰਦਾ ਰਿਹਾ ਤੇ ਹੁਣ ਵੀ ਹੁੰਦਾ ਹੈ। ਇਹ ਹਮਾਮ 'ਚ ਨੰਗੇ ਨੇ। ਤੁਹਾਡੀ ਗੱਲ ਠੀਕ ਹੈ ਕਿ ਫੈਕਟਰੀ ਸ਼ਰਾਬ ਦੀ ਹੋਵੇ ਜਾਂ ਕੱਪੜੇ ਦੀ ਹੋਵੇ ਜਾਂ ਸਾਬਣ ਦੀ ਹੋਵੇ, ਲਾਇਸੈਂਸ ਲੈਣਾ ਮਾੜਾ ਨਹੀਂ। ਇੰਡਸਟਰੀ ਵਧੂਗੀ, ਸਟੇਟ ਵਧੂਗੀ। ਉਹ ਰਾਣਾ ਸੋਢੀ ਨੂੰ ਵੀ ਹੱਕ ਆ, ਉਹਨਾਂ ਦੇ ਪੁੱਤ ਨੂੰ ਵੀ ਹੱਕ ਆ, ਸਾਨੂੰ ਵੀ ਤੇ ਸਾਡੇ ਬੱਚਿਆਂ ਨੂੰ ਵੀ ਹੱਕ ਆ। ਲੇਕਿਨ ਗੱਲ ਤੁਹਾਡੀ ਠੀਕ ਆ ਕਿ ਜੇ ਆਪ ਹੀ ਲਾਇਸੈਂਸ ਦੇਣੇ, ਆਪੇ ਰੋਕ ਲਾਉਣੇ, ਜਿਹੜੀ ਅਸੀਂ ਕੱਲ ਕਰਦੇ ਸੀ ਵੀ ਜੇ ਆਪੇ ਲਾਇਸੈਂਸ ਦੇਣੇ ਆ ਤੇ ਆਪੇ ਹੀ ਚੈੱਕ ਰੱਖਣੇ ਆ ਤੇ ਆਪੇ ਹੀ ਮੁੜ ਕੇ ਕਾਰੋਬਾਰ ਕਰਨੇ ਆ, ਤਾਂ ਫਿਰ ਗੱਲ ਤਾਂ ਸਾਫ਼ ਹੀ ਹੈ ਜੀ। ਬਿਲਕੁਲ ਇਹ ਗੱਲ ਵੱਡਾ ਇਹ ਹੈ, ਇਹ ਚ ਕੁਝ ਗੈਰ ਕਾਨੂੰਨੀ ਨਹੀਂ ਹੈ, ਨੈਤਿਕਤਾ ਦੀ ਗੱਲ ਆ। ਸੋ ਬਿਲਕੁਲ ਤੁਸੀਂ ਗੱਲ ਸਪਸ਼ਟ ਹੀ ਕਰ ਦਿੱਤੀ ਹੈ ਰੰਧਾਵਾ ਜੀ, ਕਿ ਜੇ ਆਪ ਹੀ ਜਾ ਕੇ ਉਹਨਾਂ ਅਹੁਦਿਆਂ ਤੇ ਬੈਠ ਕੇ ਆਪਣੇ ਆਪ ਨੂੰ ਹੀ ਲਾਇਸੈਂਸ ਦੇ ਲੈਣੇ ਆ, ਆਪਣੇ ਆਪ ਹੀ ਫੈਕਟਰੀਆਂ ਲਾ ਲੈਣੀਆਂ, ਤੇ ਫਿਰ ਜਿਹੜੀ ਆਮ ਜਨਤਾ ਉਹ ਕੀ ਕਰੂਗੀ। ਸੋ ਇਸ ਕਰਕੇ ਅੰਗਰੇਜ਼ੀ ਚ ਕਹਿੰਦਾ ਫੇਅਰ ਐਂਡ ਫੇਅਰ ਕੰਪੀਟੀਸ਼ਨ ਹੋਣਾ ਚਾਹੀਦਾ। ਸਾਰਿਆਂ ਨੂੰ ਉਸ ਤਰ੍ਹਾਂ ਦੇ ਮੌਕੇ ਮਿਲਣੇ ਚਾਹੀਦੇ ਆ। ਸਾਰੇ ਹੀ ਬਿਜ਼ਨਸ ਕਰਨਾ ਚਾਹੁੰਦੇ ਆ, ਵਪਾਰ ਵੀ ਕਰਨਾ ਚਾਹੁੰਦੇ ਆ ਔਰ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਆ। ਸੋ ਇਹਨਾਂ ਚੀਜ਼ਾਂ ਦਾ ਇਸ ਉੱਤੇ ਜ਼ਿਆਦਾ ਭਾਰ ਰਹੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਜਾਂਚ ਕਿਸ ਤਰ੍ਹਾਂ ਹੁੰਦੀ ਆ, ਕੀ ਕੈਪਟਨ ਅਮਰਿੰਦਰ ਸਿੰਘ ਇਸ ਦੀ ਜਾਂਚ ਕਰਾਉਣਗੇ ਜਾਂ ਸੁਨੀਲ ਜਾਖੜ ਦੀ ਜਿਹੜੀ ਚਿੱਠੀ AICC ਨੂੰ ਗਈ ਆ, ਕਾਂਗਰਸ ਦੀ ਹਾਈ ਕਮਾਂਡ ਨੂੰ, ਕੀ ਉਸ ਤੇ ਕੋਈ ਐਕਸ਼ਨ ਲਿਆ ਜਾਵੇਗਾ। ਇਹ ਸਾਰੀਆਂ ਚੀਜ਼ਾਂ ਉੱਤੇ ਦੇਖਿਆ ਜਾਏਗਾ। ਦੂਸਰਾ ਜਿਹੜਾ PWD ਨੇ ਕੇਸ ਤਾਂ ਕੀਤਾ ਹੀ ਆ, ਕੀ ਹੁਣ ਜਿਹਦੀ ਕੰਪਨਸੇਸ਼ਨ ਵਾਪਸ ਆਉਂਦੀ ਆ, ਜੇ ਉਹ ਰਿਕਵਰੀ ਕਰ ਪਾਉਂਦੇ ਨੇ, ਤੇ ਫਿਰ ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਦਾ ਕੀ ਰੁਖ ਰਹੇਗਾ। ਇਹਨਾਂ ਸਾਰੀਆਂ ਚੀਜ਼ਾਂ ਤੇ ਨਜ਼ਰ ਆਪਾਂ ਰੱਖਾਂਗੇ ਜੀ। ਮਨਪ੍ਰੀਤ ਜੀ, ਜਿਹੜੀ ਧਰਮਸੋਤ ਵਾਲੀ ਗੱਲ ਤੁਸੀਂ ਸ਼ੁਰੂ ਕਰਨ ਲੱਗੇ ਸੀ, ਉਹਦੇ ਲਈ ਮੈਂ ਮਾਫੀ ਚਾਹੁੰਦਾ, ਮੈਂ ਵਿੱਚ ਹੀ ਲੱਤ ਅੜਾ ਗਿਆ। ਸਵਾਲ ਇਹ ਆ ਕਿ ਧਰਮਸੋਤ ਹੋਰੀ ਏਦਾਂ ਦੀ ਲੱਛੇਦਾਰ ਭਾਸ਼ਾ ਲਿਖਣੀ ਘੱਟ ਹੀ ਪਸੰਦ ਕਰਦੇ, ਘੱਟ ਲਿਖੀ ਕਦੇ ਮੈਂ ਉਹਨਾਂ ਦੀ ਪੜ੍ਹੀ। ਇਹਦਾ ਮਤਲਬ ਹੈ ਕਿ ਪੱਤਰ ਪੁੱਤਰ ਤਾਂ ਜਿੱਥੋਂ ਜਾਰੀ ਹੁੰਦੇ ਆ, ਜਿਹੜੇ ਪ੍ਰੈਸ ਨੋਟ ਜਾਰੀ ਹੁੰਦੇ, ਉਹਨਾਂ ਦਾ ਇੱਕ ਆਪਣਾ ਤੌਰ ਤਰੀਕਾ ਹੁੰਦਾ। ਤੁਸੀਂ ਤਾਂ ਬਹੁਤ ਅੰਦਰੋਂ ਆਉਂਦੇ ਹੋ। ਇਹਦਾ ਮਤਲਬ ਹੈ ਕਿ ਲੜਾਈ ਮੁੜ ਕੇ ਸ਼ੁਰੂ ਹੋ ਗਈ। ਜੇ ਜਾਖੜ ਸਾਹਿਬ ਨੇ ਕੈਂਪਟਨ ਕੈਂਪ ਦੇ ਵਿੱਚ ਤੀਰ ਛੱਡਿਆ ਤੇ ਤੀਰ ਅਗਲਿਆਂ ਵੀ ਛੱਡਤਾ ਕਿ ਜੇ ਅਗਲੀ ਵਾਰੀ ਕਿਤੇ ਸਟੇਜ ਤੇ ਸੱਦ ਕੇ ਪੰਗਾ ਲਿਆ ਤੇ ਖਤਰਨਾਕ ਹੋ ਸਕਦੇ ਨਤੀਜੇ। ਤੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਘਟਾ ਕੇ ਵੇਖਦੇ ਹੋ ਤੇ ਇਹੋ ਜਿਹੀ ਗਲਤੀ ਨਾ ਕਰੋ। ਲੇਕਿਨ ਇਹਦੇ ਨਾਲ ਜੁੜਦੀ ਖਬਰ ਆ ਕਿ ਸਿੱਧੂ ਸਾਹਿਬ ਨੇ ਵੀ ਕੱਲ ਆਪਣੇ ਜਿੰਨੇ ਵੀ ਫਰੰਟਲ ਆਰਗੇਨਾਈਜੇਸ਼ਨ ਉਹਨਾਂ ਨਾਲ ਮੀਟਿੰਗ ਕਰ ਲਈ ਆ। ਇਹ ਜੰਗ ਲੋਕਾਂ ਲਈ ਲੜੀ ਜਾਊਗੀ ਜਾਂ ਆਪਸ ਵਿੱਚ ਗੁੱਥ ਮਗੁੱਥਾ ਹੋਣਗੇ? ਮੈਨੂੰ ਧਰਮਸੋਤ ਵਾਲੀ ਚਿੱਠੀ ਦੀ ਇਬਾਰਤ ਤੇ ਜਰਾ ਚਾਨਣਾ ਪਾਇਓ। ਬੜੀ ਹੈਰਾਨ ਕਰਨ ਵਾਲੀ ਹੈ ਰੰਧਾਵਾ ਜੀ। ਉਸ ਦੀ ਜੋ ਸ਼ਬਦਾਵਲੀ ਆ, ਜਿਸ ਤਰ੍ਹਾਂ ਦੇ ਉਹ ਚ ਸ਼ਬਦ ਪ੍ਰਯੋਗ ਕੀਤੇ ਗਏ, ਮੈਨੂੰ ਲੱਗਦਾ ਨਹੀਂ ਕਿ ਕੋਈ ਸੀਨੀਅਰ ਨੇਤਾ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੂਗਾ। ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਦਾ ਕਹਿਣਾ ਕਿ ਉੱਥੇ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਨਾਲ ਦੁਰਵਿਵਹਾਰ ਹੋਇਆ, ਉਹਨਾਂ ਦੇ ਨਾਲ ਮਾੜਾ ਵਤੀਰਾ ਹੋਇਆ।
ਕਿਉਂਕਿ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਸੀ। ਇਹ ਠੀਕ ਹੈ ਕਿ ਜਿਹੜੇ ਸਾਡੇ ਵਿਸ਼ਲੇਸ਼ਣ ਨੇ, ਸਾਡੇ ਐਨਾਲਿਸਿਸ ਨੇ, ਅਸੀਂ ਉਹਨਾਂ ਦੀ ਬਾਡੀ ਲੈਂਗੁਏਜ ਦੇਖ ਕੇ ਜਿਸ ਤਰ੍ਹਾਂ ਉਹ ਬਹਿੰਦੇ ਸੀ, ਜਿਸ ਤਰ੍ਹਾਂ ਗੱਲ ਕਰਦੇ ਸੀ, ਉਹ ਸਾਡੇ ਵਿਸ਼ਲੇਸ਼ਣ ਹੋ ਸਕਦੇ ਆ। ਲੇਕਿਨ ਖੁੱਲੇ ਤੌਰ ਤੇ ਇਹ ਕਹਿਣਾ ਕਿ ਇਹ ਮਾੜਾ ਵਤੀਰਾ ਸੀ, ਮੈਨੂੰ ਲੱਗਦਾ ਇਹ ਗਲਤ ਆ, ਅਤਕਥਨੀ ਆ। ਤੇ ਜੇ ਦੂਸਰੀ ਗੱਲ ਆ ਜਾਈਏ, ਇੱਕ ਮੈਂ ਬੜਾ ਹੈਰਾਨ ਹੋਇਆ, ਉਹ ਕਹਿੰਦੇ ਕਿ ਜੇ ਉਹਨਾਂ ਨੇ ਅੱਗੇ ਤੋਂ ਇਸ ਤਰ੍ਹਾਂ ਕੀਤਾ ਤੇ ਇਹਦੇ ਜਿਹੜੇ ਸਿੱਟੇ ਨੇ ਉਹ ਬੜੇ ਭਿਆਨਕ ਹੋਣਗੇ। ਇਹ ਜਿਹੜਾ ਧਮਕੀ ਭਰਿਆ, ਹਾਂਜੀ, ਇੱਥੋਂ ਤੱਕ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਕਿ ਜੇ ਉਹਨਾਂ ਨੇ ਵਾਕਿਆ ਇਹ ਗੱਲ ਕਹੀ ਆ ਤੇ ਜਿਸ ਅਖਬਾਰ ਨੇ ਛਾਪੀ ਆ ਤੇ ਵਾਕਿਆ ਉਸੇ ਤਰ੍ਹਾਂ ਛਾਪੀ ਆ, ਤੇ ਫਿਰ ਮੈਨੂੰ ਲੱਗਦਾ ਇਹ ਕੋਈ ਵਧੀਆ ਚੀਜ਼ ਨਹੀਂ ਆ। ਇਹ ਤਾਂ ਇਸ ਤਰ੍ਹਾਂ ਦੀ ਭਾਸ਼ਾ ਆਮ ਤੌਰ ਤੇ ਕੋਈ ਜਿਹੜਾ ਮੰਤਰੀ ਹੋਵੇ ਜਾਂ ਐਮਐਲਏ ਹੋਵੇ ਜਾਂ ਜਿਹੜਾ ਸਰਕਾਰੀ ਦਰਬਾਰੇ ਬੈਠੇ, ਉਹ ਵਧੀਆ ਭਾਸ਼ਾ ਇਸ ਤਰ੍ਹਾਂ ਦੀ ਵਰਤਦਾ ਨਹੀਂ ਆ। ਸੋ ਕਹਿਣ ਦਾ ਮਤਲਬ ਆ, ਠੀਕ ਆ, ਇਹਦੇ ਵਿੱਚੋਂ ਇੱਕ ਚੀਜ਼ ਹੋਰ ਨਜ਼ਰ ਆਉਂਦੀ ਆ ਕਿ ਕਿਸੇ ਨੂੰ ਤੁਸੀਂ ਕਿਸੇ ਦਾ ਸਮਰਥਨ ਕਰ ਸਕਦੇ ਹੋ, ਪਰ ਇਸ ਹੱਦ ਤੱਕ ਸਮਰਥਨ ਕਰਨਾ, ਇਹਦੇ ਚੋਂ ਜੇ ਮੈਂ ਇੱਕ ਗੱਲ ਕਹਾਂ, ਮੈਨੂੰ ਪਤਾ ਨਹੀਂ ਉਹ ਗੱਲ ਕਹਿਣੀ ਚਾਹੀਦੀ ਹੈ ਕਿ ਕਿਸੇ ਤਰ੍ਹਾਂ ਚਮਚਾਗਿਰੀ ਦੀ ਬੋ ਵੀ ਆਉਂਦੀ ਆ ਕਿ ਇੱਥੋਂ ਤੱਕ ਜਾ ਕੇ ਕਹਿ ਦੇਣੀਆਂ ਗੱਲਾਂ। ਬਿਲਕੁਲ ਕਹੋ, ਤੁਹਾਡਾ ਹੱਕ ਬਣਦਾ, ਪਾਰਟੀ ਪਲੇਟਫਾਰਮ ਤੇ ਕਹੋ ਜਾਂ ਬਾਹਰ ਓਪਨਲੀ ਵੀ ਤੁਸੀਂ ਕਹਿ ਸਕਦੇ ਹੋ, ਲੇਕਿਨ ਜਿਹੜੀ ਸ਼ਬਦਾਵਲੀ ਆ, ਮੈਨੂੰ ਥੋੜਾ ਜਿਹਾ ਉੱਤੇ ਬੜੀ ਹੈਰਾਨੀ ਹੁੰਦੀ ਹੈ ਜੀ। ਵੈਸੇ ਮਨਪ੍ਰੀਤ ਜੀ, ਅਕਸਰ ਤੁਸੀਂ ਤਾਂ ਜ਼ਿਆਦਾ ਤਜਰਬਾ ਰੱਖਦੇ ਹੋ, ਕਿਹਾ ਜਾਂਦਾ ਕਿ ਪਾਰਟੀਆਂ ਦੇ ਹੈੱਡਕੁਆਟਰ ਤੋਂ ਜਿਹੜੇ ਪ੍ਰੈਸ ਸਟੇਟਮੈਂਟਸ ਜਾਰੀ ਹੋ ਜਾਂਦੀਆਂ, ਪ੍ਰੈਸ ਨੋਟ ਜਾਰੀ ਹੋ ਜਾਂਦੇ ਆ, ਜਿਨ੍ਹਾਂ ਦੇ ਨਾਂ ਤੇ ਜਾਰੀ ਹੁੰਦੇ ਆ, ਉਹਨਾਂ ਨੂੰ ਕਿਸੇ ਵੇਲੇ ਬਾਅਦ ਚ ਪਤਾ ਲੱਗਦਾ, ਫਿਰ ਦੱਸਤਾ ਜਾਂਦਾ ਜਾਂ ਭੇਜ ਕੇ ਦੱਸ ਦਿੰਦੇ ਤੁਹਾਡਾ ਨਾਂ ਪਾਤਾ ਸੀਗਾ ਜੀ, ਜਾਂ ਕਈ ਵਾਰੀ ਉਹਨਾਂ ਨੂੰ ਅਖਬਾਰ ਚੋਂ ਪਤਾ ਲੱਗਦਾ, ਕਹਿੰਦੇ ਜੀ ਕਿਹੜੀ ਗੱਲ ਆ, ਸਾਨੂੰ ਪਤਾ ਹੀ ਸੀ, ਤੁਸੀਂ ਘਰ ਦੇ ਬੰਦੇ ਹੋ। ਸੋ ਇਹ ਵੀ ਸਵਾਲ ਹੁੰਦਾ ਕਿ ਅਗਲੇ ਦਿਨਾਂ ਦੇ ਵਿੱਚ ਪਰਸਪਰ ਜਿਹੜਾ ਹਮਲਾ ਸ਼ੈਲੀ ਆ, ਇਹ ਵੀ ਵਰਤੀ ਜਾਊਗੀ, ਕਿਉਂਕਿ ਜੇ ਧੂੜ ਬਹਿ ਗਈ, ਹੁਣ ਹਾਈ ਕਮਾਂਡ ਆਪਣਾ ਕੰਮ ਕਰਕੇ ਹੋਰ ਸੂਬਿਆਂ ਦੇ ਵਿੱਚ ਸਰਗਰਮ ਹੋ ਗਈ, ਰਾਹੁਲ ਗਾਂਧੀ ਟਰੈਕਟਰ ਤੇ ਚੜ੍ਹ ਗਏ ਤੇ ਰਾਜਸਥਾਨ ਦੇ ਵਿੱਚ ਉਹਨਾਂ ਸੁਰਜੇਵਾਲ ਤੇ ਬਾਕੀ ਅਜੇ ਮਾਕਨ ਤੇ ਸਾਰਿਆਂ ਨੂੰ ਭੇਜਤਾ। ਹੁਣ ਗੱਲ ਉਧਰ ਦੀ ਲੜਾਈਆਂ, ਉਹ ਪੰਜਾਬ ਨੂੰ ਸ਼ਾਇਦ ਬਹੁਤੀ ਤਵੱਜੋ ਤਾਂ ਨਹੀਂ ਦੇਣਗੇ ਕਿਉਂਕਿ ਉਹਨਾਂ ਆਪਣਾ ਕੰਮ ਕਰ ਲਿਆ, ਲੇਕਿਨ ਇਹ ਆਪਸ ਵਿੱਚ ਲੜਾਈ ਨਹੀਂ ਛੱਡਦੇ। ਜੇ ਤੁਹਾਨੂੰ ਕੀ ਲੱਗਦਾ, ਕਿਉਂਕਿ ਇੱਕ ਕੋਲ ਸਰਕਾਰ ਆ, ਦੂਜੇ ਕੋਲ ਸੰਗਠਨ ਆ, ਸੰਗਠਨ ਵਾਲੇ ਕੋਲ ਵੀ ਬਹੁਤ ਸਾਰੇ ਆਪਣੇ ਬੰਦੇ ਆ ਜਿਹੜੇ ਦੂਜਿਆਂ ਤੇ ਹਮਲਾ ਬੋਲ ਸਕਦੇ, ਸਾਰਿਆਂ ਦੀਆਂ ਆਪਣੀਆਂ ਆਪਣੀਆਂ ਨਿੱਜੀ ਰੰਜਿਸ਼ਾਂ ਵੀ ਹੋਣਗੀਆਂ। ਇਹਦਾ ਮਤਲਬ ਅਗਲੇ ਦਿਨ ਵੀ ਸਰਗਰਮ ਖਬਰਾਂ ਵਾਲੇ ਹੀ ਰਹਿਣਗੇ ਜੀ। ਦੇਖੋ ਰੰਧਾਵਾ ਜੀ, ਬੜੀ ਸਪਸ਼ਟ ਗੱਲ ਆ, ਜੇ ਆਉਣ ਵਾਲੇ ਦਿਨਾਂ 'ਚ ਇਹ ਲੜਾਈ ਕੈਪਟਨ ਅਮਰਿੰਦਰ ਸਿੰਘ ਬਨਾਮ ਸਿੱਧੂ, ਨਵਜੋਤ ਸਿੰਘ ਸਿੱਧੂ ਰਹਿੰਦੀ ਆ, ਤੇ ਮੈਨੂੰ ਲੱਗਦਾ ਇਹਦਾ ਸਭ ਤੋਂ ਵੱਡਾ ਜਿਹੜਾ ਖਮਿਆਜ਼ਾ ਉਹ ਜਨਤਾ ਨੂੰ ਭੁਗਤਣਾ ਪਊਗਾ। ਜਿਹੜੀ ਤਰਾਸਦੀ ਆ ਉਹ ਜਨਤਾ ਨੂੰ ਹੋਏਗੀ, ਕਿ ਜਨਤਾ ਨੇ, ਦੇਖੋ, ਜਨਤਾ ਸਪੋਰਟ ਕਰ ਸਕਦੀ ਹੈ, ਕਿਸੇ ਦਾ ਸਮਰਥਨ ਕਰ ਸਕਦੀ ਆ, ਕਿਸੇ ਦੇ ਨਾਲ ਖੜ ਸਕਦੀ ਹੈ, ਲੇਕਿਨ ਉਹ ਸਮਰਥਨ ਤਦ ਤੱਕ ਹੁੰਦਾ ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਕੱਲ ਨੂੰ ਲੋਕਾਂ ਦੀ ਭਲਾਈ ਦੇ ਕੰਮ ਕਰਨਗੇ, ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ। ਜਿਹੜੀ ਲੋਕਾਂ ਦੀ ਆਵਾਜ਼, ਜਿਹੜੀ ਜਮਹੂਰੀਅਤ ਦੇ ਵਿੱਚ, ਲੋਕਤੰਤਰ ਦੇ ਵਿੱਚ ਹੋਣੀ ਚਾਹੀਦੀ ਹੈ। ਜੇ ਇਹਨਾਂ ਨੇ ਆਪਣੀਆਂ ਹੀ ਕੁਰਸੀਆਂ ਵਾਸਤੇ ਲੜਨਾ, ਸਿਰਫ ਆਪਣੇ ਅਹੁਦਿਆਂ ਵਾਸਤੇ ਲੜਨਾ, ਤੇ ਫਿਰ ਲੋਕਾਂ ਨੇ ਵੀ ਇਹਨਾਂ ਦਾ ਸਾਥ ਛੱਡ ਦੇਣਾ। ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਠੀਕ ਆ, ਉਹਨਾਂ ਨੇ ਕੱਲ ਜਾ ਕੇ ਕਾਂਗਰਸ ਭਵਨ ਦੇ ਵਿੱਚ ਪਹਿਲੀ ਬੈਠਕ ਲਿੱਤੀ ਆ, ਸਾਰਿਆਂ ਨੇ ਮਿਲੇ ਆ, ਮੇਲ ਮਿਲਾਪ ਕੀਤਾ, ਤੇ ਕਿਉਂਕਿ ਉਹਨਾਂ ਨੇ ਗੱਲ ਕਹੀ ਸੀ ਕਿ ਮੇਰੇ ਲਈ ਹਰ ਪਾਰਟੀ ਵਰਕਰ ਪੰਜਾਬ ਦਾ ਪ੍ਰਧਾਨ ਆ। ਲੇਕਿਨ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੀਆਂ ਕਿਹੜੀਆਂ ਗੱਲਾਂ ਕਰਦੇ ਆ। ਪਹਿਲਾਂ ਹੀ ਕਈ ਤਰ੍ਹਾਂ ਦੀਆਂ ਪਹਿਲੇ ਦਿਨ ਤੋਂ ਵਿਵਾਦਾਂ ਚੋਂ ਫਸੇ ਆ, ਲੇਕਿਨ ਖੈਰ ਕਈ ਵਾਰੀ ਅਸੀਂ ਜਿਹੜੇ ਬਿਆਨ ਹੁੰਦੇ ਆ ਉਹ ਇਸ ਤਰ੍ਹਾਂ ਵੀ ਲੈ ਕੇ ਚੱਲਦੇ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਇਹ ਵੀ ਬਿਆਨ ਆਇਆ ਕਿ ਮੈਂ ਤਾਂ ਕਰਕੇ ਨਹੀਂ ਸੀ ਜਾਣਾ ਚਾਹੁੰਦਾ ਉੱਥੇ ਕਿਸਾਨਾਂ ਕੋਲੇ ਜਾਂ ਸਿੰਘੂ ਬਾਰਡਰ ਤੇ ਜਾਂ ਤਿੱਕਰੀ ਬਾਰਡਰ ਤੇ, ਕਿ ਸ਼ਾਇਦ ਉਹ ਕਿਸੇ ਪੋਲੀਟੀਸ਼ੀਅਨ ਨੂੰ ਆਪਣੇ ਸਟੇਜ ਤੇ ਚੜ੍ਹਨ ਨਹੀਂ ਦਿੰਦੇ ਜਾਂ ਬੋਲਣ ਨਹੀਂ ਦਿੰਦੇ, ਇਸ ਕਰਕੇ ਉਹਨਾਂ ਨੂੰ ਇਹ ਕਹਿ ਰਿਹਾ ਸੀ, ਮੈਂ ਬੁਲਾਵਾ ਦੇ ਰਿਹਾ ਸੀ। ਖੈਰ ਉਹਨਾਂ ਦੀਆਂ ਆਪਣੀਆਂ ਐਕਸਪਲੇਨੇਸ਼ਨਸ ਨੇ, ਆਪਣੇ ਉਹਨਾਂ ਦੀ ਇਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਨੇ ਦਿੱਤੀ ਆ। ਲੇਕਿਨ ਗੱਲ ਫੇਰ ਮੂਲ ਉਹੀ ਆਉਂਦੀ ਹੈ ਰੰਧਾਵਾ ਜੀ, ਜਿਹੜਾ ਤੁਹਾਡਾ ਮੂਲ ਸਵਾਲ ਆ ਕਿ ਇਹਨਾਂ ਨੇ ਆਪਸੀ ਲੜਾਈਆਂ ਹੀ ਲੜਨੀਆਂ ਜਾਂ ਲੋਕਾਂ ਦਾ ਭਲਾ ਵੀ ਕਰਨਾ। ਮੁੱਖ ਮੰਤਰੀ ਬਤੌਰ ਕੈਪਟਨ ਅਮਰਿੰਦਰ ਸਿੰਘ ਲੋਕਾਂ ਦਾ ਬਹੁਤ ਭਲਾ ਕਰ ਸਕਦੇ ਨੇ, ਇਸ ਤਰ੍ਹਾਂ ਦੇ ਫੈਸਲੇ ਲੈ ਸਕਦੇ ਨੇ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਮੁੱਦੇ ਚੱਕ ਕੇ ਸਰਕਾਰ ਨੂੰ ਮਜਬੂਰ ਕਰ ਸਕਦੇ ਨੇ। ਪਰ ਇਸ ਕਵਾਇਦ ਦੇ ਵਿੱਚ, ਇਸ ਕੋਸ਼ਿਸ਼ ਦੇ ਵਿੱਚ ਆਪਸੀ ਟਕਰਾਅ ਵਧਣ ਦੇ ਪੂਰੇ ਅਸਾਰ ਨੇ, ਜੋ ਹਜੇ ਤੱਕ ਖਤਮ ਨਹੀਂ ਹੋਇਆ। ਇਹ ਸਿਰਫ ਲੱਗਦਾ ਸੀ ਕਿ ਉੱਥੇ ਬੈਠ ਕੇ ਫੋਟੋਆਂ ਖਿਚਾ ਲੀਆਂ, ਇੱਕ ਹਾਰ ਦੇ ਵਿੱਚ ਸਾਰੇ ਇਕੱਠੇ ਹੋ ਗਏ, ਵੱਡਾ ਸਾਰਾ, ਤੁਹਾਨੂੰ ਪਤਾ ਹੀ ਹੈ, ਫੁੱਲਾਂ ਦਾ ਹਾਰ ਲਿਆਉਂਦੇ ਨੇ, ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਵਿੱਚ ਖੜੇ ਹੋ ਜਾਂਦੇ ਨੇ, ਤੇ ਉਹ ਬਣਿਆ ਜਿਸ ਤਰ੍ਹਾਂ ਉਹ ਲਵ ਦਾ ਨਿਸ਼ਾਨ ਹੁੰਦਾ, ਤੁਹਾਨੂੰ ਪਤਾ, ਹਾਰਟ ਦਾ, ਉਹ ਬਣਿਆ ਹੁੰਦਾ। ਲੇਕਿਨ ਕਿਸੇ ਤਰ੍ਹਾਂ ਦਾ ਆਪਸ ਦੇ ਵਿੱਚ ਪਿਆਰ ਲੱਗਦਾ ਨਹੀਂ ਹੁੰਦਾ। ਬਾਅਦ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਗ ਜ਼ਾਹਿਰ ਹੋ ਜਾਂਦੀਆਂ ਜੀ। ਨਹੀਂ ਜੀ, ਦੇਖੋ, ਦਿਲ ਤਾਂ ਸਾਰਿਆਂ ਕੋਲ ਹੀ ਨੇ, ਲੇਕਿਨ ਦਿਲ ਵੀ ਬਹੁਤੀ ਵਾਰੀ ਦਵਾਈਆਂ ਤੇ ਹੀ ਚੱਲਦੇ ਪਏ ਅੱਜ ਕੱਲ। ਤੇ ਬਾਕੀ ਜਿਹੜੀ ਗੱਲ ਰਹਿ ਗਈ ਨਵਜੋਤ ਸਿੰਘ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਪੰਜਾਬੀਆਂ ਦੀ ਦੇਰ ਤੋਂ ਇੱਕ ਆਸ ਸੀਗੀ। ਉਹਦਾ ਜਿਹੜਾ ਬਾਡੀ ਲੈਂਗੁਏਜ ਤੋਂ ਲੈ ਕੇ ਭਾਸ਼ਾ ਦਾ ਪ੍ਰਵਾਹ ਹੈ,
ਉਹ ਇੱਕ ਵਿਸ਼ਵਾਸ ਬਣਾਉਂਦਾ ਸੀ ਕਿ ਇੱਥੇ ਕੋਈ ਤਬਦੀਲੀ ਹੋ ਸਕਦੀ। ਲੋਕ ਸਮਝਦੇ ਸੀ ਕਿ ਦੇਰ ਸਵੇਰ ਸਿੱਧੂ ਨੇ ਆਪਣੀ ਪਾਰਟੀ ਬਣਾ ਕੇ ਪੰਜਾਬ ਨੂੰ ਖੇਤਰੀ ਪਾਰਟੀ ਦੀ ਜਿਹੜੀ ਲੋੜ ਸੀ ਉਹਦੀ ਪੂਰਤੀ ਕਰੂਗਾ। ਇਸੇ ਕਰਕੇ ਸਿੱਧੂ ਤੋਂ ਇਸ਼ਾਵਾਂ ਜ਼ਿਆਦਾ ਸੀ। ਲੇਕਿਨ ਹੁਣ ਜਦੋਂ ਸਿੱਧੂ ਆਪਣੀ ਉਸ ਪਾਰਟੀ ਦੇ ਵਿੱਚ ਸੁਪਰੀਮ ਬਣ ਗਿਆ, ਅਜੇ ਵੀ ਲੋਕ ਸਮਝਦੇ ਆ ਕਿ ਚਲੋ ਜੇ 100% ਸਾਨੂੰ ਸਿੱਧੂ ਨਹੀਂ ਮਿਲੂਗਾ ਤੇ 50% ਤੇ ਕਿਤੇ ਨਹੀਂ ਜਾਂਦਾ, ਕਿਉਂਕਿ ਬੰਦਾ ਆਪਣਾ ਸੁਭਾਅ ਨਹੀਂ ਛੱਡਦਾ ਹੁੰਦਾ। ਤੇ ਜੇ ਸਿੱਧੂ 50% ਵੀ ਲੋਕਾਂ ਨਾਲ ਖਲੋ ਕੇ ਆਪਣੀ ਸਰਕਾਰ ਕੋਲੋਂ ਡਾਂਗ ਨਾਲ ਕੁਝ ਕਰਾ ਲੇ, ਉਹਦਾ ਵੀ ਬੈਨੀਫਿਟ ਆ। ਅਸੀਂ ਸਿੱਧੂ ਦੇ ਉਦਾਂ ਦੇ ਹੀ ਸਮਰਥਕ ਰਹੇ ਆ ਸਦਾ ਜਿੱਦਾਂ ਦੇ ਲੋਕ ਨੇ, ਲੇਕਿਨ ਹੁਣ ਕਿਉਂਕਿ ਉਹ ਜ਼ਿੰਮੇਵਾਰੀ ਤੇ ਨੇ, ਉਹਨਾਂ ਦੀ ਆਲੋਚਨਾ ਸਾਡਾ ਹੱਕ ਹੈ, ਆਲੋਚਨਾ ਕਰਦੇ ਰਵਾਂਗੇ। ਲੇਕਿਨ ਆਲੋਚਨਾ ਦਾ ਸਿੱਧਾ ਅਸਿੱਧਾ ਇਹੀ ਤੌਰ ਤਰੀਕਾ ਹੁੰਦਾ ਕਿ ਇਹਦੇ ਚੋਂ ਕੁਝ ਨਿਕਲ ਆਵੇ। ਸ਼ਾਇਦ ਜੇਕਰ ਬੰਦਾ ਆਪ ਕੁਝ ਨਹੀਂ ਸਮਝ ਰਿਹਾ ਤੇ ਉਹਨੂੰ ਦੂਰੋਂ ਬੈਠਿਆਂ ਇਹ ਨੌਕ ਤਾਂ ਕਰਦੇ ਰਹੀਏ ਕਿ ਪੰਜਾਬ ਦੇ ਲੋਕ ਉਮੀਦ ਕੀ ਰੱਖਦੇ ਆ, ਕਿਉਂਕਿ ਸਾਡੇ ਮੰਚਾਂ ਨੂੰ ਵੀ ਉਸੇ ਤਰ੍ਹਾਂ ਲੋਕਾਂ ਕੋਲੋਂ ਫੀਡਬੈਕ ਮਿਲਦੀ ਹੈ ਜਿਵੇਂ ਪੋਲੀਟੀਸ਼ੀਅਨਸ ਨੂੰ ਮਿਲਦੀ ਹੈ। ਸੋ ਮੈਂ ਸਮਝਦਾ ਹੈ ਕਿ ਸਿੱਧੂ ਅਗਲੇ ਦਿਨਾਂ 'ਚ ਚੁੱਪ ਤਾਂ ਨਹੀਂ ਬਹਿਣਗੇ, ਪੰਜਾਬ 'ਚ ਹਰਕਤ ਤਾਂ ਹੁੰਦੀ ਰਹੂਗੀ, ਲੇਕਿਨ ਅਕਾਲੀ ਦਲ ਵੀ ਸਮਾਨਾਂਤਰ ਤੇ ਆਮ ਆਦਮੀ ਪਾਰਟੀ ਵੀ ਸਮਾਨਾਂਤਰ ਤੁਰਦੀ ਰਹੇਗੀ। ਕਾਂਗਰਸ ਦੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਜੁਆਇਨ ਕਰਾ ਲਿਆ, ਹੁਣ ਲੰਬੀ ਚ ਲੜਾਈ ਫਿਰ ਤੁਰ ਪਊਗੀ। ਲੇਕਿਨ ਮੈਂ ਅਗਲੇ ਸਵਾਲ ਤੇ ਜਾਣਾ ਹੈ ਕਿ ਕਿਸਾਨ ਬੀਬੀਆਂ ਨੇ ਕੱਲ ਉੱਥੇ ਆਪਣਾ ਝੰਡਾ ਬੁਲੰਦ ਕੀਤਾ, ਜਿਹੜੀ ਸੰਸਦ ਲਾਈ ਗਈ ਉਹ ਮਿਸਾਲੀ ਸੀਗੀ। ਉਧਰਲੇ ਬੰਨੇ ਜਿਹੜੇ ਟਕੈਤ ਸਾਹਿਬ ਔਰ ਜਿਹੜੇ ਜੋਗੇਂਦਰ ਯਾਦਵ ਆ, ਉਹਨਾਂ ਨੇ ਵੀ ਲਖਨਊ ਘੇਰਨ ਦੀ ਜਿਹੜੀ ਇੱਕ ਨਵੀਂ ਗੱਲ ਤੋਰੀ ਆ। ਇਹ ਸ਼ਾਇਦ ਵਿਸਥਾਰ ਹੋ ਰਿਹਾ, ਇਹਦਾ ਅਸਰ ਵੀ ਜ਼ਿਆਦਾ ਦੇਖਣ ਨੂੰ ਮਿਲਦਾ ਕਿਉਂਕਿ ਵੱਡੇ ਸੂਬੇ 'ਚ ਬੀਜੇਪੀ ਜਿੱਥੋਂ ਬਹੁਤ ਤੇਜ਼ੀ ਨਾਲ ਅੱਗੇ ਵਧੀ, ਉਹਦੇ 'ਚੋਂ ਨੁਕਸਾਨ ਨਹੀਂ ਬਰਦਾਸ਼ਤ ਕਰ ਸਕਦੇ। ਸੋ ਹੋ ਸਕਦਾ ਗੱਲ ਅਗਲੇ ਦਿਨਾਂ ਦੇ ਵਿੱਚ ਗੱਲਬਾਤ ਦੀ ਟੇਬਲ ਤੇ ਚਲੀ ਜਾਵੇ। ਕੀ ਕਹਿੰਦੇ ਹੋ? ਬਹੁਤ ਵਧੀਆ ਇਹ ਜਿਹੜਾ ਤੁਸੀਂ ਮੁੱਦਾ ਲੈ ਕੇ ਆਂਦਾ ਰੰਧਾਵਾ ਜੀ। ਦੇਖੋ, ਇਹ ਜਿਹੜੀ ਬੀਬੀਆਂ ਦੀ ਔਰਤਾਂ ਦੀ ਸੰਸਦ ਲਾਈ ਆ ਜੰਤਰ ਮੰਤਰ ਤੇ, ਲਗਭਗ 2 ਕਿਲੋਮੀਟਰ ਦੂਰ ਆ ਉਥੋਂ ਪਾਰਲੀਮੈਂਟ ਤੋਂ, ਬਹੁਤ ਵੱਡੀ ਸ਼ਮੂਲੀਅਤ ਉੱਥੇ ਉਹਨਾਂ ਦੀ ਹੋਈ ਆ। ਚਾਹੇ ਮੇਧਾ ਪਾਟਕਰ ਵਰਗੇ ਜਿਹੜੇ ਪੁਰਾਣੇ ਸੋਸ਼ਲ ਐਕਟਿਵਿਸਟ ਨੇ, 32-34 ਸਾਲਾਂ ਤੋਂ ਲੱਗੇ ਹੋਏ ਨੇ, ਕਈ ਤਰ੍ਹਾਂ ਦੇ ਉਹਨਾਂ ਨੇ ਸਮਾਗਮਾਂ ਦੇ ਵਿੱਚ ਤੇ ਕਈ ਤਰ੍ਹਾਂ ਦੇ ਅੰਦੋਲਨਾਂ ਦੇ ਵਿੱਚ ਉਹਨਾਂ ਨੇ ਭਾਗ ਲਿਆ। ਇਸੇ ਤਰ੍ਹਾਂ ਉੱਥੇ ਕੱਲ ਈਵਨ ਕਿ ਜਿਹੜੇ ਉਹ ਕਲਾਕਾਰ ਨੇ ਗੁਲਪਨਾਗ ਵਰਗੇ, ਇਹੋ ਜਿਹੀਆਂ ਹੋਰ ਤਮਾਮ ਹਸਤੀਆਂ ਉੱਥੇ ਪਹੁੰਚੀਆਂ ਹੋਈਆਂ ਸੀ। ਮੈਂ ਥੋੜਾ ਜਿਹਾ ਦੱਸਦਾ ਰੰਧਾਵਾ ਜੀ, ਕੁੱਲ ਜਿਹੜਾ ਆਪਣੇ ਪਿੰਡਾਂ 'ਚ ਔਰਤਾਂ ਰਹਿੰਦੀਆਂ ਨੇ 85% ਲਗਭਗ ਜਿਹੜੀਆਂ ਪਿੰਡਾਂ ਦੀਆਂ ਔਰਤਾਂ, ਉਹ ਖੇਤੀਬਾੜੀ ਨਾਲ ਸਿੱਧਾ ਤੇ ਜਾਂ ਅਸਿੱਧਾ ਸੰਬੰਧ ਆ ਉਹਨਾਂ ਦਾ ਜੀ। ਲੇਕਿਨ ਕੇਵਲ 13% ਔਰਤਾਂ ਕੋਲੇ ਜ਼ਮੀਨ ਆਪਣੀ ਹੈ ਜਿੱਥੇ ਉਹ ਆਪਣੀ ਕਿਸਾਨੀ ਆਪ ਕਰਦੀਆਂ ਨੇ, ਨਹੀਂ ਤਾਂ ਬਾਕੀ ਕਿਸੇ ਨਾ ਕਿਸੇ ਹੋਰ ਖੇਤਾਂ ਦੇ ਵਿੱਚ ਕਿਸੇ ਦੇ ਨਾਲ ਰਲ ਕੇ ਉਹ ਖੇਤੀ ਕਰਦੀਆਂ ਨੇ। ਤੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਜਿਸ ਤਰ੍ਹਾਂ 8 ਮਹੀਨੇ ਆਪਾਂ ਕਹਿ ਦਿੱਤੇ ਆ, ਲਗਭਗ 15 ਤੋਂ 20% ਇਹਦੇ ਵਿੱਚ ਸ਼ਮੂਲੀਅਤ ਔਰਤਾਂ ਦੀ ਰਹੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਦਾ ਯੋਗਦਾਨ ਇਸ ਕਿਸਾਨੀ ਅੰਦੋਲਨ ਨੂੰ ਬਹੁਤ ਵੱਡਾ, ਤੇ ਹਮੇਸ਼ਾ ਉਹਨਾਂ ਨੇ ਮੋਢੇ ਦੇ ਨਾਲ ਮੋਢਾ ਲਾ ਕੇ ਜਾਂ ਅੱਗੇ ਰਹਿ ਕੇ, ਚਾਹੇ ਹਰਿੰਦਰ ਕੌਰ ਬਿੰਦੂ ਵਰਗੇ ਹੋਣ, ਚਾਹੇ ਜਸਬੀਰ ਕੌਰ ਵਰਗੇ ਹੋਣ, ਇਹ ਤਮਾਮ ਜਿਹੜੇ ਲੀਡਰ ਆ ਇਹ ਉੱਭਰੇ ਆ, ਤੇ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਉੱਭਰੀਆਂ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦੀ ਇਹ ਸੰਸਦ, ਉਹਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਮਤੇ ਵੀ ਪਾਸ ਕੀਤੇ ਆ। ਇਹਦੇ ਵਿੱਚ ਇੱਕ 33% ਔਰਤਾਂ ਨੂੰ ਜਿਹੜੀ ਹੈ ਰਿਜ਼ਰਵੇਸ਼ਨ ਦੇਣ ਦੀ ਗੱਲ ਵੀ ਉਹਨਾਂ ਨੇ ਕਹੀ ਆ। ਹਾਲਾਂਕਿ ਪੋਲੀਟੀਕਲ ਪਾਰਟੀਆਂ ਬਹੁਤ ਦੇਰ ਤੋਂ ਕਹਿ ਰਹੀਆਂ ਕਿ ਆਪਾਂ ਸੰਸਦ ਜਾਂ ਵਿਧਾਨ ਸਭਾ 'ਚ ਆਪਾਂ ਦੇਣੀ ਹੈ, ਲੇਕਿਨ ਕਦੇ ਵੀ ਇਹ ਪੋਲੀਟੀਕਲ ਪਾਰਟੀਆਂ ਜਦੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰਿਜ਼ਰਵੇਸ਼ਨ ਦੇਣੀ ਹੁੰਦੀ ਆ, ਰਾਖਵਾਂਕਰਨ ਦੇਣਾ ਹੁੰਦਾ, ਇਹ ਇਕੱਠੀਆਂ ਨਹੀਂ ਹੁੰਦੀਆਂ। ਇੱਕ ਬਿੱਲ ਅਟਕਿਆ ਪਿਆ, ਉਹ ਸੰਸਦ ਦੇ ਵਿੱਚ ਬਿੱਲ ਦੇਰ ਤੋਂ ਅਟਕਿਆ ਪਿਆ, ਉਧਰ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ, ਕਿਸੇ ਦਾ ਧਿਆਨ ਨਹੀਂ ਜਾਂਦਾ। ਸੋ ਇਹ ਗੱਲਾਂ ਕਰ ਦੇਣੀਆਂ ਡਰਾਇੰਗ ਰੂਮ 'ਚ, ਗੱਲਾਂ ਕਰ ਲੈਣੀਆਂ ਕਿ ਅਸੀਂ ਬੜੇ ਔਰਤਾਂ ਦੇ ਸਮਰਥਕ ਆ। ਅਸਲ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਮਾਨਸਿਕਤਾ ਹੋਰ ਤਰ੍ਹਾਂ ਦੀ ਆ। ਅੱਗੇ ਗੱਲ ਕਰ ਲਓ, ਰਾਕੇਸ਼ ਟਕੈਤ ਤੇ ਜੋਗਿੰਦਰ ਯਾਦਵ ਹੋਣਾ ਜਿਹੜੀ ਲਖਨਊ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ, ਬੜੀ ਅਹਿਮ ਗੱਲ ਮੈਨੂੰ ਲੱਗਦਾ ਇਹ ਹੈ, ਮੁਜ਼ੱਫਰਨਗਰ ਦੇ ਵਿੱਚ 5 ਸਤੰਬਰ ਨੂੰ ਮਹਾ ਪੰਚਾਇਤ ਰੱਖੀ ਆ। ਰੰਧਾਵਾ ਜੀ, ਮੁਜ਼ੱਫਰਨਗਰ ਦੇ ਬਾਰੇ ਮੈਂ ਥੋੜਾ ਦੱਸਣਾ ਚਾਹੂੰਗਾ ਕਿਉਂ ਇਹਦੀ ਅਹਿਮੀਅਤ ਆ। ਸਨ 2013 ਦੇ ਵਿੱਚ ਇੱਥੇ ਦੰਗੇ ਹੋਏ ਸੀ ਮੁਜ਼ੱਫਰਨਗਰ ਦੇ ਵਿੱਚ, 62 ਦੇ ਕਰੀਬ ਇੱਥੇ ਲਗਭਗ ਬੰਦੇ ਜਿਹੜੇ ਵਿਅਕਤੀ ਆ ਉਹ ਮਾਰੇ ਗਏ ਸੀ। ਉਸ ਤੋਂ ਬਾਅਦ ਹਿੰਦੂ ਮੁਸਲਿਮ ਫਸਾਦ ਹੋਇਆ ਸੀ, ਤੇ ਕਿਹਾ ਇਹ ਜਾਂਦਾ, ਅਕਸਰ ਜਿਹੜੇ ਬਹੁਤ ਵੱਡੇ ਪੋਲੀਟੀਕਲ ਵਿਸ਼ਲੇਸ਼ਣ ਕਰਦੇ ਨੇ ਕਿ ਇਸ ਦਾ ਫਾਇਦਾ ਕਿਤੇ ਨਾ ਕਿਤੇ ਜਾ ਕੇ ਇਹ ਜਿਹੜਾ ਧਰੂਵੀਕਰਨ ਹੋਇਆ ਜਿਹੜੀ ਇਸ ਚੀਜ਼ ਦਾ, ਉਹ ਜਾ ਕੇ ਭਾਰਤੀ ਜਨਤਾ ਪਾਰਟੀ ਨੂੰ ਸਨ 2014 ਦੀਆਂ ਚੋਣਾਂ ਦੇ ਵਿੱਚ ਹੋਇਆ, ਜਿਹਦੇ ਨਾਲ ਉਹਨਾਂ ਦਾ ਵੋਟ ਬੈਂਕ ਇੱਕ ਜਿਹੜਾ ਖਾਸ ਤੌਰ ਤੇ ਉਹ ਕਰਦੇ ਨੇ ਉਹ ਇਕੱਠਾ ਹੋ ਗਿਆ, ਜਿਹਨੂੰ ਉਹ ਹਿੰਦੂ ਵੋਟ ਬੈਂਕ ਕਹਿੰਦੇ ਨੇ।
ਹੁਣ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ, ਖਾਸ ਤੌਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਵੱਧ ਗਿਆ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਦੋਂ ਇਹ ਧਰੂਵੀਕਰਨ ਹੋਇਆ ਸੀ ਤੇ ਜਿਹੜੇ ਰਕੇਸ਼ ਟਕੈਤ ਆ ਜਾਂ ਇਹਨਾਂ ਦੇ ਜਿੰਨੇ ਭਰਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਆ, ਇਹਨਾਂ ਦਾ ਆਪ ਮੰਨਣਾ ਇਹਨਾਂ ਦਾ ਕਿ ਅਸੀਂ ਵੀ ਇਸ ਚੀਜ਼ ਦਾ ਸ਼ਿਕਾਰ ਹੋਏ ਸੀ। ਅਸੀਂ ਇਸ ਚੀਜ਼ ਦਾ ਸ਼ਿਕਾਰ ਹੋਏ ਸੀ, ਇਸ ਧਰੂਵੀਕਰਨ ਦਾ ਸ਼ਿਕਾਰ ਹੋਏ ਸੀ। ਅਸੀਂ ਵੀ ਵੰਡੇ ਗਏ ਸੀ ਆਪਣੇ ਭੈਣਾਂ ਭਰਾਵਾਂ ਦੇ ਨਾਲ। ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਤੇ ਇਹਨਾਂ ਨੇ ਮਾਫੀ ਤੱਕ ਮੰਗੀ ਸੀ। ਹੁਣ ਇਹ ਸਾਰੇ ਲੋਕ ਇਕੱਠੇ ਹੋਏ ਨੇ, ਇਹ ਚਾਹੁੰਦੇ ਨੇ ਕਿ ਸਾਨੂੰ ਜਿਹੜੀਆਂ ਪੋਲੀਟੀਕਲ ਪਾਰਟੀਆਂ ਪਾੜਦੀਆਂ ਨੇ ਆਪਣੀਆਂ ਵੋਟਾਂ ਖਾਤਰ, ਅਸੀਂ ਇਹ ਚੀਜ਼ ਨਹੀਂ ਹੋਣ ਦੇਣੀ। ਅਸੀਂ ਉੱਥੇ ਵੋਟ ਕਰਾਂਗੇ ਜਿੱਥੇ ਸਾਡਾ ਮਨ ਚਾਹੂਗਾ, ਜਿਹੜਾ ਕਿਸਾਨੀ ਦਾ ਹਿੱਤ ਜਿਹੜਾ ਸਾਡਾ ਉਸ ਚੀਜ਼ ਦਾ ਧਿਆਨ ਰੱਖੂਗਾ। ਸੋ ਇਸ ਕਰਕੇ ਬੀਜੇਪੀ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ 'ਚ ਵਧਣ ਵਾਲੀਆਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜੇ ਸੰਨ 2022 ਦੇ ਵਿੱਚ ਬੀਜੇਪੀ ਉੱਤਰ ਪ੍ਰਦੇਸ਼ 'ਚ ਹਾਰਦੀ ਆ ਤੇ ਫਿਰ ਸੰਨ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹ 'ਚ ਨਰਿੰਦਰ ਮੋਦੀ ਹੋਣਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ। ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਲੇਕਿਨ ਮੈਨੂੰ ਹੁਣ ਦੱਸਿਓ ਕਿ ਜਦੋਂ ਦਿੱਲੀ ਨੂੰ ਤੁਰਨ ਤੋਂ ਪਹਿਲਾਂ ਮਮਤਾ ਬੈਨਰਜੀ ਇੱਕ ਕਮਿਸ਼ਨ ਨਾਮਜ਼ਦ ਕਰਾਉਂਦੇ ਆ, ਇਸ ਕਮਿਸ਼ਨ ਦੀ ਸੰਵਿਧਾਨਕ ਵੈਧਤਾ ਕੀ ਹੈ ਜਾਸੂਸੀ ਮਾਮਲੇ 'ਚ? ਇਹ ਕਮਿਸ਼ਨ ਕੀ ਕੇਂਦਰ ਤੱਕ ਰਸਾਈ ਕਰ ਸਕਦਾ? ਜੇ ਉਹ ਸਟੇਟ ਦਾ ਕਮਿਸ਼ਨ ਹੈ ਤਾਂ ਕੀ ਉਹਦੇ ਨਾਲ ਉਹ ਜੇ ਜਾਸੂਸੀ ਨਾਲ ਜੁੜੇ ਕੇਂਦਰੀ ਮਸਲੇ ਹੋਣਗੇ ਉਹਨਾਂ ਨੂੰ ਹੱਥ ਪਾ ਸਕਦਾ? ਉਹਦੀ ਆਪਣੀ ਲਿਮਿਟ ਕੀ ਹੋਊਗੀ ਜਾਂ ਉਹਦੀ ਸੰਵਿਧਾਨਕ ਵੈਧਤਾ ਕੀ ਹੋਊਗੀ? ਬਹੁਤ ਵਧੀਆ ਸਵਾਲ ਹੈ ਜੀ ਰੰਧਾਵਾ ਜੀ। ਮੈਂ ਇਹ ਥੋੜਾ ਦੱਸਦਾ ਕਿ ਇਹ ਦੂਸਰੀ ਸਟੇਟ ਆ। ਪਹਿਲਾਂ ਛੱਤੀਸਗੜ੍ਹ ਦਾ ਆਪਾਂ ਉਦੋਂ ਜ਼ਿਕਰ ਕੀਤਾ ਸੀ, ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਭੁਪੇਸ਼ ਬਘੇਲ, ਉਹਨਾਂ ਨੇ ਵੀ ਕਿਹਾ ਸੀ ਕਿ ਸੰਨ 2019 ਦੇ ਵਿੱਚ ਇੱਕ ਟੀਮ ਆਈ ਸੀ NSO ਦੀ, ਇਸੇ ਇਜ਼ਰਾਈਲ ਦੇ ਗਰੁੱਪ ਦੀ, ਤੇ ਅਸੀਂ ਉਹਨਾਂ ਦੀ ਜਾਂਚ ਕਰਾਉਣਾ ਚਾਹੁੰਦੇ ਹਾਂ ਕਿ ਉਹ ਕਿਉਂ ਆਏ ਸੀ। ਹੁਣ ਮਮਤਾ ਬੈਨਰਜੀ ਦੂਸਰੀ ਸਟੇਟ ਦੀ ਉਹ ਗੱਲ ਕਰ ਰਹੇ ਆ। ਉਹਨਾਂ ਨੇ ਬਤੌਰ ਮੁੱਖ ਮੰਤਰੀ ਇੱਕ ਇਨਕੁਆਇਰੀ ਆਰਡਰ ਕੀਤੀ ਹੈ। ਇਹ ਜੁਡੀਸ਼ੀਅਲ ਇਨਕੁਆਇਰੀ ਆ। ਇਨਕੁਆਇਰੀ ਕਮਿਸ਼ਨ ਐਕਟ ਦੇ 1952 ਦੇ ਅਧੀਨ ਇਸ ਨੂੰ ਉਹਨਾਂ ਨੇ ਜਿਹੜਾ ਹੈ ਉਹ ਐਲਾਨਿਆ। ਇਹਦੇ ਵਿੱਚ ਦੋ ਜੱਜ ਬੜੇ ਇੰਪੋਰਟੈਂਟ ਨੇ। ਮੈਂ ਥੋੜਾ ਜਿਹਾ ਇਹ ਵੀ ਦੱਸਦਾ, ਜਿਹੜੇ ਸਾਬਕਾ ਜੱਜ ਨੇ MB ਲੋਕਰ ਤੇ ਦੂਸਰੇ ਜੱਜ ਨੇ ਉਹ ਜਿਹੜੇ ਚੀਫ, ਇਹ ਤਾਂ ਜਿਹੜੇ MB ਲੋਕਰ ਹੈ ਇਹ ਸੁਪਰੀਮ ਕੋਰਟ ਦੇ ਜੱਜ ਰਹੇ ਨੇ, ਤੇ ਜਿਹੜੇ ਦੂਸਰੇ ਨੇ ਜੋਤੀ ਰਮਈਆ ਭੱਟਾਚਾਰਿਆ, ਇਹ ਕਲਕੱਤਾ ਹਾਈ ਕੋਰਟ ਦੇ ਚੀਫ ਜਸਟਿਸ ਰਹੇ ਆ। ਇਹਨਾਂ ਦੋਨਾਂ ਦਾ ਕਮਿਸ਼ਨ ਬਣਾਇਆ। ਜੀ ਇਹਨਾਂ ਦੋਨਾਂ ਦਾ ਕਮਿਸ਼ਨ ਬਣਾਇਆ ਤੇ ਇਹ ਜਿਹੜੀ ਹੈ ਇਹ ਸਾਰੀ ਇਨਕੁਆਇਰੀ ਕਰ ਦੂੰਗਾ। ਵੈਸੇ ਮੈਂ ਤੁਹਾਨੂੰ ਲੋਕਰ ਸਾਹਿਬ ਬਾਰੇ ਇਹ ਵੀ ਦੱਸਦਾ, ਜਿਹੜੇ ਜਸਟਿਸ ਲੋਕਰ ਆ, ਜਦੋਂ ਸੰਨ 2018 ਨੂੰ 12 ਜਨਵਰੀ ਨੂੰ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਭਾਰਤ ਦਾ ਲੋਕਤੰਤਰ ਖਤਰੇ 'ਚ ਆ, ਪਹਿਲੀ ਵਾਰੀ ਇਸ ਤਰ੍ਹਾਂ ਦਾ, ਉਹਦੇ 'ਚ ਸ਼ਾਮਿਲ ਸੀ। ਸੋ ਜੀ ਸੋ ਇਹ ਹੁਣ ਦੇਖੋ, ਹਾਂ ਤੁਸੀਂ ਜਿਹੜਾ ਤੁਹਾਡਾ ਇੱਕ ਹੋਰ ਸਵਾਲ ਆ ਉਹ ਵੀ ਬਹੁਤ ਜ਼ਰੂਰੀ ਹੈ ਕਿ ਕੀ ਜਿਹੜੀ ਇਹਦੀ ਸੰਵਿਧਾਨਿਕ ਵੈਧਤਾ ਕੀ ਆ। ਬਿਲਕੁਲ ਇਹ ਐਕਟ ਦੇ ਅਨੁਸਾਰ 1952 ਦਾ ਜਿਹੜਾ ਇਨਕੁਆਇਰੀ ਕਮਿਸ਼ਨ ਐਕਟ ਆ, ਸੰਵਿਧਾਨਿਕ ਇਹਦੀ ਵੈਧਤਾ ਪੂਰੀ ਆ। ਲੇਕਿਨ ਕੇਂਦਰ ਇਸ ਰਿਪੋਰਟ ਨੂੰ ਮੰਨਣ ਦੇ ਲਈ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਮਜਬੂਰੀ ਨਹੀਂ ਆ। ਉਹ ਮੰਨੇ ਜਾਂ ਨਾ ਮੰਨੇ, ਇਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ। ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਨਸਟੀਟਿਊਸ਼ਨ ਜਾਂ ਸੰਵਿਧਾਨਿਕ ਮਜਬੂਰੀ ਨਹੀਂ ਹੈ। ਹਾਂ, ਕੇਂਦਰ ਦੇ ਉੱਤੇ ਨੈਤਿਕਤਾ ਦਾ ਫਿਰ ਸਵਾਲ ਖੜਾ ਹੁੰਦਾ ਜੇ ਸਟੇਟ ਗਵਰਨਮੈਂਟਾਂ ਬਾਰ-ਬਾਰ ਇਸ ਤੇ ਇਨਕੁਆਇਰੀਆਂ ਆਰਡਰ ਕਰ ਰਹੀ ਆ, ਪਹਿਲਾਂ ਛੱਤੀਸਗੜ੍ਹ ਤੇ ਫਿਰ ਜਿਹੜੀ ਵੈਸਟ ਬੰਗਾਲ ਦੀ ਸੂਬਾ ਸਰਕਾਰਾਂ, ਤੇ ਫਿਰ ਕੇਂਦਰ ਨੂੰ ਵੀ ਵਿਚਾਰ ਕਰਨਾ ਚਾਹੀਦਾ, ਕਿਉਂਕਿ ਇੱਥੇ ਹਰ ਰੋਜ਼ ਨਵੇਂ ਨਾਮ ਆਉਂਦੇ ਨੇ। ਹਰ ਰੋਜ਼ ਹੁਣ ਤਾਂ ਅਰਵਿੰਦ ਕੇਜਰੀਵਾਲ ਦੇ ਜਿਹੜੇ ਪੁਰਾਣੇ ਉਹਨਾਂ ਦੇ ਅਫਸਰ ਆ, ਉਹਨਾਂ ਦੇ ਵੀ ਨਾਮ ਆ ਗਏ ਆ। ਕਹਿਣ ਦਾ ਮਤਲਬ ਹੈ ਕਿ ਰੋਜ਼ ਨਵੇਂ ਖੁਲਾਸੇ ਹੁੰਦੇ ਆ ਤੇ ਭਾਰਤ ਸਰਕਾਰ ਨੂੰ ਚਾਹੀਦਾ ਕਿ ਇਹਦੀ ਜਾਂਚ ਕਰਵਾਵੇ ਤੇ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਜੀ 올림픽ਸ ਦੇ ਵਿੱਚ ਕੀ ਕੁਝ ਵਾਪਰਿਆ, ਜੇ ਚਾਨਣਾ ਪਾ ਦਿਓ ਤਾਂ ਮੇਰੀ ਜਾਣਕਾਰੀ 'ਚ ਵੀ ਵਾਧਾ ਹੋ ਜੂ। 올림픽ਸ ਦੇ ਵਿੱਚ ਇਸ ਤਰ੍ਹਾਂ ਕਿ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਕਿ ਭਾਰਤ ਇਸ ਟਾਈਮ ਸਾਡੇ ਕੋਲ ਮੈਡਲ ਇੱਕ ਹੀ ਹੈ, ਸਿਲਵਰ ਮੈਡਲ, ਜਿਹੜਾ ਸਾਨੂੰ ਵੇਟ ਲਿਫਟਿੰਗ ਦੇ ਵਿੱਚ ਦਿਵਾਇਆ ਮੀਰਾਬਾਈ ਚੁੰਨੂ ਨੇ। ਉਸ ਤੋਂ ਬਾਅਦ ਸਾਡੇ ਕੋਲ ਮੈਡਲ ਨਹੀਂ ਹੈ। ਤੇ ਹਾਕੀ ਦੇ ਵਿੱਚ ਸਾਨੂੰ ਉਮੀਦਾਂ ਸੀ, ਤੇ ਮੈਂ ਜਦੋਂ ਅਖੀਰਲੀ ਵਾਰੀ ਇਸ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਚ ਦੇਖ ਰਿਹਾ ਸੀ, ਸਪੇਨ ਨਾਲ ਸਾਡਾ ਮੈਚ ਚੱਲ ਰਿਹਾ ਸੀ ਤੇ 2-0 ਨਾਲ, ਜਿਹੜੀ ਸਾਡੀ ਮੈਨਸ ਹਾਕੀ ਦੀ ਮੈਂ ਗੱਲ ਕਰ ਰਿਹਾ, ਤੇ 2-0 ਨਾਲ ਭਾਰਤ ਲੀਡ ਕਰ ਰਿਹਾ ਸੀ। ਤੇ ਇਹ ਜਿਹੜਾ ਮੈਚ ਜਿੱਤਣਾ ਰੰਧਾਵਾ ਜੀ ਸਾਡੇ ਲਈ ਜ਼ਰੂਰੀ ਸੀ, ਯਾਨੀ ਕਿ ਭਾਰਤ ਲਈ, ਤਾਂ ਕਿ ਉਹ ਬਰਕਰਾਰ ਰਹਿੰਦਾ 올림픽ਸ ਦੀ ਇਸ ਦੌੜ ਦੇ ਵਿੱਚ। ਇੱਕ ਚੀਜ਼ ਮੈਂ ਥੋੜਾ ਜਾਂਦੇ ਜਾਂਦੇ ਤੁਹਾਨੂੰ ਦੱਸਣਾ ਚਾਹੁੰਦਾ, ਇਹ ਸ਼ਾਇਦ ਸਾਡੇ ਦਰਸ਼ਕਾਂ ਨੂੰ ਬਹੁਤ ਇੰਟਰਸਟਿੰਗ ਲੱਗੇ। ਦੇਖੋ 200 ਇਸ ਟਾਈਮ 193 ਦੇਸ਼ ਆ ਜਿਹੜੇ UN ਦੇ ਵੱਲੋਂ ਮਾਨਤਾ ਜਿਨ੍ਹਾਂ ਨੂੰ ਮਿਲੀ ਆ, ਲੇਕਿਨ ਪਾਰਟਿਸਿਪੇਟ ਇਸ 올림픽ਸ ਦੇ ਵਿੱਚ 205 ਕਰ ਰਹੇ ਆ, ਕਿਉਂਕਿ ਉੱਥੇ 올림픽ਸ ਕਮੇਟੀਆਂ ਬਣੀਆਂ ਹੋਈਆਂ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਦੇਸ਼ ਆ ਜਿਹੜੇ ਫਿਜ਼ੀਕਲੀ ਹੈ ਨਹੀਂ ਹੈ ਜ਼ਮੀਨ ਤੇ, ਜਿਵੇਂ ਪੈਲਸਟਾਈਨ ਆ, ਜਿਸ ਤਰ੍ਹਾਂ ਤਾਈਵਾਨ ਆ, ਹਾਂਗਕਾਂਗ, ਕਿਉਂਕਿ ਚੀਨ ਦੇ ਕੋਲ ਵੱਖਰਾ ਦੇਸ਼ ਨਹੀਂ, ਪਰ ਉਹ ਵੱਖਰੇ ਹੋ ਕੇ ਖੇਡ ਰਹੇ ਨੇ। ਸੋ ਇਸ ਕਰਕੇ ਜਿਹੜੀ ਸੂਚੀ ਆ ਉਹ ਵੱਡੀ ਬਣਦੀ ਆ।
ਅਸੀਂ 34ਵੇਂ ਨੰਬਰ ਤੇ ਆ। ਉਮੀਦ ਕੀਤੀ ਜਾਂਦੀ ਹੈ, ਜੋ ਮੈਨੂੰ ਹੋਊਗੀ ਜਦੋਂ ਆਪਾਂ ਪ੍ਰੋਗਰਾਮ ਖਤਮ ਕਰਾਂਗੇ, ਕਿ ਸ਼ਾਇਦ ਅਸੀਂ ਸਪੇਨ ਤੋਂ ਜਿਹੜੇ ਆ ਜਿੱਦਾਂ ਲੀਡ ਕਰ ਰਹੇ ਸੀ, ਜਿੱਤ ਕੇ ਤੇ ਫਿਰ ਜਿਹੜੀ ਆਪਣੀ ਦੌੜ ਆ ਕਿਸੇ ਤਗਮੇ ਲਈ ਬਰਕਰਾਰ ਰੱਖੀਏ ਜੀ। ਬਹੁਤ ਧੰਨਵਾਦ ਮਨਪ੍ਰੀਤ ਜੀ। ਮੈਂ ਆਪਣੇ ਦੋਸਤਾਂ ਨੂੰ ਇੱਕ ਗੱਲ ਦੱਸ ਦਿਆਂ, ਅਸੀਂ ਕੱਲ ਵੀ ਆਪਣੇ ਪੇਜ ਤੋਂ, ਫੇਸਬੁੱਕ ਪੇਜ ਤੋਂ ਪਬਲਿਸ਼ ਕੀਤਾ ਸੀਗਾ ਕਿ ਅਸੀਂ ਇਹਨਾਂ ਮੰਚਾਂ ਤੋਂ, YouTube ਔਰ Facebook ਤੋਂ ਤੁਹਾਡੇ ਰੂਬਰੂ ਹੁੰਨੇ ਆ। ਜੋ ਵੀ ਕਹਿ ਰਹੇ ਆ ਉਹ ਜ਼ਿੰਮੇਵਾਰੀ ਨਾਲ, ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਆ। ਇਸ ਤੋਂ ਇਲਾਵਾ ਅਸੀਂ ਕੁਝ ਵੀ ਕਿਸੇ ਵੀ ਮੰਚ ਤੋਂ ਕੁਝ ਨਹੀਂ ਕਹਿ ਰਹੇ। ਜੇਕਰ ਪੰਜਾਬ ਟੈਲੀਵਿਜ਼ਨ ਦਾ ਲੋਗੋ ਲਗਾ ਕੇ ਜਾਂ ਪੰਜਾਬ ਟੈਲੀਵਿਜ਼ਨ ਦਾ ਨਾਮ ਵਰਤ ਕੇ ਕਿਧਰੇ ਕੋਈ ਕੰਟੈਂਟ ਕਿਸੇ ਵੀ ਕਿਸਮ ਦਾ ਛਾਇਆ ਹੁੰਦਾ, ਨਸ਼ਰ ਹੁੰਦਾ, ਤਾਂ ਤੁਹਾਨੂੰ ਬੇਨਤੀ ਕਰਦੇ ਆ ਕਿ ਉਹਦੀ ਜਾਣਕਾਰੀ ਸਾਨੂੰ ਦਿਓ ਜਾਂ ਉਹਦੇ ਤੇ ਯਕੀਨ ਨਾ ਕਰੋ। ਉਹ ਬਿਲਕੁਲ ਵਿਸ਼ਵਾਸਯੋਗ ਨਹੀਂ ਹੋਏਗਾ। ਅੱਜ ਕੱਲ ਕਿਉਂਕਿ ਇਲੈਕਸ਼ਨ ਦੇ ਦੌਰ ਹੈ, ਪੋਲੀਟੀਕਲ ਲੋਕਾਂ ਦੇ ਆਪਣੇ ਤਰ੍ਹਾਂ ਦੇ ਹਿੱਤ ਨੇ ਔਰ ਜਿਹੜੇ ਗੈਰ ਸਮਾਜੀ ਅੰਸਰ ਹੈ ਉਹ ਵੀ ਕਈ ਵਾਰੀ ਭੁਲੇਖੇ ਪੈਦਾ ਕਰਦੇ ਆ। ਅਸੀਂ ਜੋ ਵੀ ਕਹਿ ਰਹੇ ਹਾਂ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਔਰ ਅਧਿਕਾਰਤ ਤੌਰ ਤੇ ਇਹਨਾਂ ਮੰਚਾਂ ਤੋਂ ਹੀ ਕਹਿ ਰਹੇ। ਇਸ ਤੋਂ ਇਲਾਵਾ ਅਸੀਂ ਕਿਤੇ ਕੁਝ ਨਹੀਂ ਕਹਿ ਰਹੇ। ਜਦੋਂ ਕਵਾਂਗੇ ਚਿਹਰੇ ਨਾਲ ਕਵਾਂਗੇ, ਨੰਗੇ ਧੜ ਕਵਾਂਗੇ। ਸਾਡਾ ਸਰੋਕਾਰ ਪੰਜਾਬ ਦੀ ਪੋਲਿਟਿਕਸ ਨਹੀਂ ਗਾ। ਸਾਡਾ ਕੰਸਰਨ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਜੋ ਵੀ ਸਾਡੇ ਧਿਆਨ ਚ ਆਉਂਦਾ ਅਸੀਂ ਉਹ ਤੇ ਵਿਸ਼ਲੇਸ਼ਣ ਕਰਦੇ ਹਾਂ। ਅਸੀਂ ਕੋਈ ਖਬਰ ਪੈਦਾ ਨਹੀਂ ਕਰ ਰਹੇ, ਅਸੀਂ ਉਪਲਬਧ ਖਬਰਾਂ ਦੇ ਉੱਤੇ ਵਿਸ਼ਲੇਸ਼ਣ ਕਰਦੇ ਹਾਂ ਔਰ ਬਿਨਾਂ ਕਿਸੇ ਧਿਰ ਦਾ ਪੱਖ ਲਏ ਜਾਂ ਕਿਸੇ ਦਾ ਵਿਰੋਧ ਕੀਤੇ ਕਰਦੇ ਹਾਂ ਔਰ ਕਰਦੇ ਰਵਾਂਗੇ। ਇਹ ਸਾਡਾ ਸੰਵਿਧਾਨਕ ਰਾਈਟ ਹੈ। ਲੇਕਿਨ ਇਸੇ ਤਰ੍ਹਾਂ ਤੁਹਾਡੇ ਵੀ ਕੁਝ ਰਾਈਟ ਹੈ। ਤੁਹਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਵੀ ਦੋਸ਼ੀ ਹੁੰਦਾ ਹੈ। ਸੋ ਤੁਸੀਂ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਮੈਟਰ, ਕੋਈ ਕੰਟੈਂਟ ਆਲੇ ਦੁਆਲੇ ਚ ਪਸਰਿਆ ਵੇਖਦੇ ਹੋ, ਉਹਦੀ ਸੂਚਨਾ ਦਿਓ। ਭਾਵੇਂ ਸਾਨੂੰ ਕਮੈਂਟ ਰੂਪ ਚ ਦੇ ਦਿਓ, ਭਾਵੇਂ ਤੁਸੀਂ ਸਾਡੇ ਜਿਹੜੇ WhatsApp ਨੰਬਰ ਜਾਂ ਈਮੇਲ ਕਰਕੇ ਭੇਜ ਸਕਦੇ ਹੋ। ਇਹ ਬਹੁਤ ਜ਼ਰੂਰੀ ਆ ਕਿ ਅਸੀਂ ਸੁਚੇਤ ਰਹੀਏ। ਅਗਲੇ ਦਿਨਾਂ ਦੇ ਵਿੱਚ ਬਹੁਤ ਕੁਝ ਵਾਪਰਨ ਵਾਲਾ ਹੈ, ਅਸੀਂ ਸੁਚੇਤ ਹੋ ਕੇ ਚੱਲਣਾ ਹੈ। ਇਸ ਖਿੱਤੇ ਦੇ ਸਰੋਕਾਰ ਸਾਡੇ ਸਭ ਦੇ ਨੇ, ਸੋ ਅਸੀਂ ਉਹਨਾਂ ਨੂੰ ਧਿਆਨ ਚ ਰੱਖਣਾ। ਮਨਪ੍ਰੀਤ ਜੀ, ਇੱਕ ਵਾਰੀ ਫਿਰ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰੰਧਾਵਾ ਜੀ।